बाकी लुटिया लोग ਵੱਧ है, चाहे वो कांग्रेस की सरकार रही हो, चाहे वो अकालियां की रही हो, चाहे वो बीजेपी की रही हो। जितों तक अरोड़ा साहब का सवाल है कि बिजनस पॉइंट ऑफ व्यू ਨਾਲ ਬੰਦੇ ਸਿਆਸਤ ਵਿੱਚ ਆਏ ਸੀ ਤੇ ਇਹਨਾਂ ਦਾ ਪਹਿਲਾਂ ਵੀ ਤੱਕ ਕੇ ਆਏ ਸੀ ਵੀ ਅਸੀਂ ਵਪਾਰ ਕਰਨਾ। ਬਿਲਕੁਲ ਆਪਣੇ ਵਪਾਰ ਜਿਹੜਾ ਪਰਿਵਾਰ ਨੂੰ ਜਿਹੜਾ ਆ ਹੋਰ ਵੱਧਾ ਫੁੱਲਦਾ ਦੇਖਣਾ ਆ ਤੇ ਕਾਰੋਬਾਰ 'ਚ ਵਾਧੇ ਕਰਨਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਜੇ ਉਹਨਾਂ ਕੋਲ ਕਿਸੇ ਦੀ ਬੰਦੇ ਦੀ ਬਦਲੀ ਵੀ ਹੋ ਜਾਂਦੀ ਸੀ ਤਾਂ ਉਹ ਇੱਕ ਸਿੱਧੀ ਜਿਹੀ ਗੱਲ ਕਹਿੰਦੇ ਸੀ, ਤੁਸੀਂ ਇੱਦਾਂ ਜੀ ਮੰਤਰੀ ਸਾਹਿਬ ਨੂੰ ਮਿਲ ਲਓ। ਉਹਨਾਂ ਨੂੰ ਚਾਹੀਦਾ ਵੀ ਸਿਸਟਮੈਟਿਕਲੀ ਕੰਮ ਕਰਨ, ਪਰ ਸਿਸਟਮੈਟਿਕਲੀ ਉਹ ਵੀ ਨਹੀਂ ਕਰਦੇ ਕਿਉਂਕਿ ਉਹ ਉੱਪਰ ਤੱਕ ਚੇਨ ਭ੍ਰਿਸ਼ਟਾਚਾਰ ਦੀ ਜੁੜੀ ਹੋਈ ਸੀ। ਤੇ ਜਦੋਂ ਇਹ ਸਿਸਟਮ ਸੈਟਅਪ ਹੋਇਆ ਸੀ, ਉਹ ਸਿਸਟਮ ਦੇ ਵਿੱਚੋਂ ਜਿਹੜਾ ਫਿਰ ਅਰੋੜਾ ਸਾਹਿਬ ਦਾ ਵੀ ਜਨਮ ਹੋਣਾ ਜ਼ਰੂਰੀ। ਹੁਣ ਉਹ ਬੀਜੇਪੀ ਵਾਲੇ ਵੀ ਇਸੇ ਕਰਕੇ ਗਏ ਆ ਵੀ ਮੇਰਾ ਬਚਾਅ ਹੋ ਜਾਏਗਾ, ਪਰ ਉਹ ਨਹੀਂ ਹੋਇਆ। ਜੇ ਇਮਾਨਦਾਰੀ ਨਾਲ ਚੱਲਿਆ ਜਾਵੇ ਇਹ ਤਾਂ ਸਿਸਟਮ ਦੇ ਵਿੱਚ ਬਹੁਤ ਵੱਡੀ ਤਬਦੀਲੀ ਲਿਆਉਣ ਦੀ ਲੋੜ ਹੈ। ਸੋਨੇ ਦੀ ਚਿੜੀਆ ਤੋਂ ਪਹਿਲਾਂ ਹੀ ਹੈ, ਪਰ ਜੇਕਰ ਇਮਾਨਦਾਰ ਲੋਕ ਸਿਆਸਤ ਵਿੱਚ ਆਉਣ ਤਾਂ ਇਹ ਡਾਇਮੰਡ ਚਿੜੀਆਂ ਵੀ ਬਣ ਸਕਦੀ ਹੈ। ਅਰੋੜਾ ਸਾਹਿਬ ਤੇ ਕਾਰਵਾਈ ਹੋਈ ਹੈ, ਪਹਿਲੀ ਤੇ ਆਖਰੀ ਕਾਰਵਾਈ ਨਹੀਂ ਹੈ, ਪਹਿਲਾਂ ਵੀ ਕਾਰਵਾਈਆਂ ਹੁੰਦੀਆਂ ਆਈਆਂ ਨੇ। ਬਹੁਤ ਸਾਰੇ ਭ੍ਰਿਸ਼ਟ ਜਿਹੜੇ ਆ ਸਿਆਸਤਦਾਨ ਉਹ ਫੜੇ ਜਾਂਦੇ ਰਹੇ ਆ, ਪਰ ਕੀ ਲੱਗਦਾ ਸਿਆਸਤਦਾਨ ਉਸ ਤੋਂ ਸਿੱਖਦੇ ਨਹੀਂ, ਉਹਨਾਂ ਕਾਰਵਾਈਆਂ ਤੋਂ, ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਕੋਈ ਗੱਲ ਨਹੀਂ 4-5 ਜਿਹੜੇ ਆ ਕਿਤੇ ਇੱਧਰ ਉੱਧਰ ਗੇੜੇ ਲਾਵਾਂਗੇ ਸਾਲ 2 ਸਾਲ ਤੇ ਮੁੜ ਕੇ ਕਿਹੜਾ ਇੱਥੇ ਕੋਈ ਪੁੱਛਦਾ। ਜਿਹੜਾ ਆਪਣਾ ਪਰਿਵਾਰ ਜਿਹੜਾ ਹੈ, ਜਿਹੜਾ ਆਪਣਾ ਕਾਰੋਬਾਰ, ਉਹਦੇ ਵਿੱਚ ਸਿਆਸਤਦਾਨ ਲਗਾਤਾਰ ਵਾਧੇ ਕਰ ਰਹੇ ਆ। 17 ਸਾਲਾਂ 'ਚ ਸਾਡੇ ਪਿੰਡਾਂ ਦੇ ਸ਼ਹਿਰਾਂ ਨੂੰ ਨਾਲੀਆਂ 'ਚੋਂ ਬਾਹਰ ਹੀ ਨਹੀਂ ਕੱਢਿਆ। ਜਿਹੜੇ ਪੋਲੀਟੀਕਲ ਲੋਕ ਹੈ ਇਹ ਕਰਪਸ਼ਨ ਨੂੰ ਖਤਮ ਕਿਉਂ ਨਹੀਂ ਹੋਣ ਦਿੰਦੇ? 80 ਦੇ ਦਹਾਕੇ ਤੋਂ ਪਹਿਲਾਂ IAS ਅਫਸਰ ਤੇ ਪੋਲੀਟੀਸ਼ੀਅਨਸ, ਜਿਹਨੂੰ ਬਿਊਰੋਕਰੇਟ ਤੇ ਰਾਜਨੀਤਿਕ ਲੋਕ ਕਹਿੰਦੇ ਆਪਾਂ, ਇਹ ਰਲ ਘੱਟ ਨਹੀਂ ਸੀ। ਰਾਜਨੀਤਿਕ ਲੋਕ ਅੱਗੇ ਇਮਾਨਦਾਰ ਸੀ ਤਾਂ ਉਹ ਇਹਨਾਂ ਤੇ ਆਪਣੀ ਜਿਹੜੀ ਹੈਗੀ ਆ ਉਹ ਦੇਖ ਰੇਖ ਕਰਦੇ ਸੀ, ਤਾਂ ਇਹ ਅਫਸਰ ਸਹੀ ਕੰਮ ਕਰਦੇ ਸੀ ਵੀ ਕੰਮ ਉਹਨਾਂ ਨੇ ਕਰਨਾ, ਲੁੱਟੀ ਇਹਨਾਂ ਨੇ ਜਾਣਾ। ਉਹਨਾਂ ਨੇ ਕਿਹਾ ਯਾਰ ਕੰਮ ਅਸੀਂ ਕਰਦੇ ਹਾਂ, ਕੱਲ੍ਹ ਨੂੰ ਕੋਈ ਕਾਰਵਾਈ ਹੁੰਦੀ ਸਾਡੇ 'ਤੇ ਹੁੰਦੀ ਤਾਂ ਫਿਰ ਅਸੀਂ ਵੀ ਕਿਉਂ ਨਾ ਰਲ ਕੇ ਕਰ ਲਈਏ। ਭ੍ਰਿਸ਼ਟਾਚਾਰ ਦੀ ਦਲਦਲ 'ਚ ਫਸੇ ਹੋਇਆ, ਸੋ ਮੈਨੀ ਕੇਸ ਨਿਕਲਿਆ। ਇਸੇ ਤਰ੍ਹਾਂ ਜਿਹੜੇ ਰਾਜਨੀਤਿਕ ਲੋਕ ਹੈ ਉਹ ਵੀ ਇਸ ਦਲਦਲ ਵਿੱਚ ਫਸੇ ਹੋਇਆ। ਹੁਣ ਰਲ ਕੇ ਲੁੱਟਣ ਦਾ ਇਹਨਾਂ ਨੇ ਇੱਕ ਵਰਤਾਰਾ ਬਣਾ ਲਿਆ ਜਿਸ ਦੇ ਵਿੱਚੋਂ ਕੋਈ ਵੀ ਬੰਦਾ ਬਾਹਰ ਨਹੀਂ ਆ ਸਕਦਾ। ਵੀ ਇਹਨਾਂ ਦੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਫੰਡ ਜਾਂਦਾ ਉਹ ਫੰਡ ਦੇ ਪਤਾ ਹੋਵੇ ਵੀ ਕਿੱਥੋਂ ਆਇਆ ਤੇ ਕਿੰਨਾ ਆਇਆ। ਬਿਰਲਾ ਟਾਟਾ ਪਹਿਲਾਂ ਉਹ ਫੰਡਿੰਗ ਕਰਦਾ ਸੀ, ਅੱਜ ਕੱਲ੍ਹ ਜਿਹੜਾ ਹੈਗਾ ਅੰਬਾਨੀ ਫੰਡਿੰਗ ਕਰਦਾ। ਉਹ ਫੰਡ ਦੇ ਕੇ ਆਪਣੇ ਹਿਸਾਬ ਦੇ MP ਬਣਾ ਕੇ ਉਹ ਫਿਰ ਮੁੜ ਕੇ ਸਾਨੂੰ ਲੁੱਟਦੇ। ਜੇ ਆਪਾਂ ਨਵਜੋਤ ਸਿੱਧੂ ਦੀ ਗੱਲ ਕਰ ਲਈਏ, ਉਹਨੂੰ ਸਜ਼ਾ ਵੀ ਹੋ ਗਈ। ਹੁਣ 1 ਸਾਲ ਦੀ ਸਜ਼ਾ ਕਿਹਾ, ਫਿਰ ਇਹਨਾਂ ਨੇ ਕਟੇਰੀਆ ਕੀ ਬਣਾ ਲੈਣਾ ਜੀ 1 ਸਾਲ ਤੋਂ ਘੱਟ ਦੀ ਸਜ਼ਾ, ਇਸ ਕਰਕੇ ਮੁੜ ਕੇ ਫਿਰ ਸਿਆਸਤ ਵਿੱਚ ਆ ਸਕਦਾ। ਜਿਸ ਬੰਦੇ ਤੇ ਇੱਕ ਦਾਗ ਲੱਗ ਗਿਆ ਉਸ ਬੰਦੇ ਨੂੰ ਸਿਆਸਤ ਵਿੱਚੋਂ ਬਾਹਰ ਕਰਨਾ ਚਾਹੀਦਾ। ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਹੈ। ਦੇਖੋ ਗੱਲ ਇਹ ਆ ਵੀ ਜੇ BJP ਦੀ ਗੱਲ ਕਰੀਏ ਤਾਂ 143 ਬੰਦੇ ਉਹਨਾਂ ਦੇ ਅੱਜ ਦੀ ਡੇਟ ਵਿੱਚ ਵੀ ਕ੍ਰਿਮੀਨਲ ਨੇ। ਇਹ ਕੇਜਰੀਵਾਲ ਸਾਹਿਬ ਇਹ ਕਹਿੰਦੇ ਆ ਵੀ ਅਸੀਂ ਇਮਾਨਦਾਰੀ ਸਰਕਾਰ ਦਿਆਂਗੇ, ਤੇ ਫਿਰ ਇੱਦਾਂ ਦੇ ਬੰਦਿਆਂ ਦੇ ਉੱਤੇ ਵੀ ਚੈੱਕਅਪ ਲਾਉਣਾ ਚਾਹੀਦਾ। ਇਹੋ ਜਿਹੇ ਬੰਦਿਆਂ ਨੂੰ ਨਹੀਂ ਸੀ ਸਿਆਸਤ ਵਿੱਚ ਲਿਆਉਣਾ ਚਾਹੀਦਾ। ਉਹ ਲੋਕ ਜਿਹੜੇ ਕਦੇ ਸੰਗਤ ਸਿੰਘ ਗਿਲਜੀਆਂ ਨਾਲ ਹੋਇਆ ਕਰਦੇ ਸਨ, ਜਿਵੇਂ ਸਰਕਾਰ ਬਦਲਦੀ ਆ ਉਹ ਰਾਜਾ ਸਾਹਿਬ ਦੇ ਨੇੜੇ ਹੋ ਗਏ, ਜਿਨ੍ਹਾਂ ਨੇ ਸੰਪਤੀਆਂ 10 ਸਾਲ ਦੇ ਵਿੱਚ ਬਹੁਤ ਸਾਰੀਆਂ ਬਣਾ ਲਈਆਂ। ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਤੇ ਉਹਨਾਂ ਦੇ ਲੋਕਾਂ ਦੀ ਜਾਂਚ ਕੌਣ ਕਰੇਗਾ? ਹੁਣ ਜਿੱਦਾਂ ਇਹ 50 ਲੱਖ ਰੁਪਈਆ ਅਰੋੜਾ ਸਾਹਿਬ ਦੇਣ ਚੱਲ ਗਏ ਤੇ ਇੱਦਾਂ ਛੋਟੇ ਮੋਟਿਆਂ ਨੂੰ ਤਾਂ ਦੇ ਕੇ ਬਚਾਇਆ ਹੀ ਜਾ ਸਕਦਾ। ਹੁਣ ਉੱਥੇ ਗੈਂਗਸਟਰ ਵੱਡੇ ਆ ਜਿਨ੍ਹਾਂ ਤੋਂ ਬਾਹਰ ਲੋਕ ਥਰ-ਥਰ ਕੰਬਦੇ, ਬਾਹਰ ਦੀ ਸਰਕਾਰ ਥਰ-ਥਰ ਕੰਬਦੀ, ਤਾਂ ਉਹ ਜੇਲਰ ਉਹਦੇ ਸਾਹਮਣੇ ਸੁਪਰਡੈਂਟ ਕੀ ਹੈ? ਉਹਨੇ ਕਹਿਣਾ ਮੋਬਾਈਲ ਲਿਆ ਕੇ ਦੇ, ਬਾਹਰੋਂ ਲਿਆ ਕੇ ਦੇਣਗੇ। ਇਹ ਸਾਰਾ ਕੁਝ ਸਿਸਟਮ ਜੋ ਕੁਛ ਹੈਗਾ ਉਹ ਪੁਲਿਸ ਦੀ ਮਿਲੀ ਭੁਗਤਣਾ ਚਾਹੁੰਦਾ। ਰੋਜ਼ਾਨਾ ਟਾਈਮਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਇੱਕ ਵਾਰੀ ਫਿਰ ਤੋਂ ਤੁਹਾਡਾ ਦੋਸਤ ਗੋਬਿੰਦਜੀਤ ਸਿੰਘ ਕਰਦਾ ਹਾਂ ਸਵਾਗਤ। ਕੁਝ ਦਿਨ ਪਹਿਲਾਂ ਅਸੀਂ ਬਲਵੀਰ ਸਿੰਘ ਸੈਣੀ ਜੋ ਮੇਰੇ ਨਾਲ ਬੈਠੇ ਨੇ, ਸੀਨੀਅਰ ਪੱਤਰਕਾਰ ਨੇ, ਉਹਨਾਂ ਨਾਲ ਪੰਜਾਬ ਦੇ ਭਖਦੇ ਅਤੇ ਚਲੰਤ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਸੀ, ਚਰਚਾ ਕੀਤੀ ਸੀ, ਅਤੇ ਅੱਜ ਇੱਕ ਵਾਰੀ ਫਿਰ ਤੋਂ ਉਹਨਾਂ ਦੇ ਨਾਲ ਭਖਦੇ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ। ਪੰਜਾਬ ਦੇ ਸਿਆਸੀ ਅਤੇ ਧਾਰਮਿਕ ਮਾਹੌਲ ਦੇ ਉੱਤੇ ਵੀ ਜਿਹੜਾ ਉਹਨਾਂ ਦਾ ਪੱਖ ਅਤੇ ਉਹਨਾਂ ਦੇ ਤਜਰਬੇ ਕੀ ਕਹਿੰਦੇ ਨੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੈਣੀ ਸਾਹਿਬ, ਤੁਹਾਡਾ ਇੱਕ ਵਾਰੀ ਫਿਰ ਤੋਂ ਰੋਜ਼ਾਨਾ ਟਾਈਮਸ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡਾ ਵੀ ਸਾਰਿਆਂ ਦਾ, ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਹਮੇਸ਼ਾ ਰੁਝੇਵੇਂ ਦੇ ਵਿੱਚੋਂ ਸਮਾਂ ਦਿੰਦੇ ਹੋ। ਸੈਣੀ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰ ਲਈਏ, ਅਰੋੜਾ ਸਾਹਿਬ ਜਿਹੜੇ ਆ ਉਹ ਭਾਵੁਕ ਹੁੰਦੇ ਵੀ ਦੇਖ ਲਿਆ ਤੁਸੀਂ ਬੀਤੇ ਦਿਨਾਂ ਦੇ ਵਿੱਚ, ਅਤੇ ਹੁਣ ਜਿਹੜੇ ਆ ਉਹ ਗੇੜੇ ਕਾਨੂੰਨ ਦੇ ਦੁਆਰੇ ਜਿਹੜੇ ਉਹਨਾਂ ਦੇ ਹੁਣ ਲੱਗਣੇ ਸ਼ੁਰੂ ਹੋ ਗਏ, ਕਿੱਦਾਂ ਦੇਖਦੇ ਆ? ਦੇਖੋ ਗੱਲ ਹੈ ਜੀ, ਵੈਸੇ ਤਾਂ ਪਿਛਲੇ 70 ਸਾਲਾਂ ਤੋਂ ਕਾਂਗਰਸ ਦਾ ਜੋ ਰੁਝਾਨ ਰਿਹਾ ਹੈ, ਲੋਕੀ ਜਾਂ ਇਹ ਸਿਆਸੀ ਲੋਕ ਕਹਿੰਦੇ ਵੀ ਅਸੀਂ ਬੜੀ ਡਿਵੈਲਪਮੈਂਟ ਕੀਤੀ, ਲੇਕਿਨ 17 ਸਾਲਾਂ ਦੇ ਵਿੱਚ ਡਿਵੈਲਪਮੈਂਟ ਜੇ ਕਹੀਏ ਕੁਦਰਤੀ ਤੌਰ 'ਤੇ ਜਿਹੜਾ ਜਿੰਨੀ ਕੁ
ਇਮਾਨਦਾਰ ਵਿੱਚ ਬੰਦੇ ਵੀ ਨਾਸ ਨਹੀਂ ਹੁੰਦਾ ਕਿਸੇ ਚੀਜ਼ ਦਾ, ਉਨੀ ਕੁ ਹੋਈ ਆ। ਬਾਕੀ ਲੁੱਟਿਆ ਲੋਕ ਵੱਧ ਹੈ, ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਹੋਵੇ, ਚਾਹੇ ਉਹ ਅਕਾਲੀਆਂ ਦੀ ਰਹੀ ਹੋਵੇ, ਚਾਹੇ ਉਹ ਬੀਜੇਪੀ ਦੀ ਰਹੀ ਹੋਵੇ। ਹੁਣ ਮੌਜੂਦਾ ਵੀ ਚੱਲ ਰਿਹਾ, ਉੱਥੇ ਵੀ ਸਕੈਂਡਲ ਤੇ ਸਕੈਂਡਲ ਨਿਕਲ ਰਿਹਾ। ਸੋ ਇਸ ਕਰਕੇ ਮਤਲਬ ਜਿੱਥੋਂ ਤੱਕ ਅਰੋੜਾ ਸਾਹਿਬ ਦਾ ਸਵਾਲ ਹੈ, ਕਿ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਇਹ ਬੰਦੇ ਸਿਆਸਤ ਵਿੱਚ ਆਏ ਸੀ, ਤੇ ਇਹਨਾਂ ਦਾ ਪਹਿਲਾਂ ਵੀ ਤੱਕ ਕੇ ਆਏ ਸੀ ਵੀ ਅਸੀਂ ਵਪਾਰ ਕਰਨਾ, ਬਿਲਕੁਲ ਬਿਲਕੁਲ ਵਪਾਰ ਜਿਹੜਾ ਪਰਿਵਾਰ ਨੂੰ ਜਿਹੜਾ ਆ ਹੋਰ ਵੱਧਾ ਫੁੱਲਦਾ ਦੇਖਣਾ ਆ, ਤੇ ਕਾਰੋਬਾਰ 'ਚ ਵਾਧੇ ਕਰਨਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਤੇ ਅਸੀਂ ਤਾਂ ਕਿਉਂਕਿ ਮੈਂ ਟ੍ਰੇਡ ਯੂਨੀਅਨ ਐਕਟੀਵਿਟੀ ਵੀ ਕਰਦਾ ਰਿਹਾ ਜੀ, ਅਸੀਂ ਵੇਖਦੇ ਸੀਗੇ ਵੀ ਇਹਨਾਂ ਦਾ ਸਿਸਟਮ ਕਿੱਦਾਂ ਸੈਟਅਪ ਆ। ਜਿਹੜੇ IAS ਅਫਸਰ ਆ, ਜਿਹੜੇ ਅੱਗੇ ਉਹਨਾਂ ਤੋਂ ਡਿਪਾਰਟਮੈਂਟਲ ਮੁਖੀ ਨੇ, ਜੇ ਉਹਨਾਂ ਕੋਲ ਕਿਸੇ ਦੀ ਬੰਦੇ ਦੀ ਬਦਲੀ ਵੀ ਹੋ ਜਾਂਦੀ ਸੀ ਤਾਂ ਉਹ ਇੱਕ ਸਿੱਧੀ ਜਿਹੀ ਗੱਲ ਕਹਿੰਦੇ ਸੀ, ਤੁਸੀਂ ਇੱਦਾਂ ਜੀ ਮੰਤਰੀ ਸਾਹਿਬ ਨੂੰ ਮਿਲ ਲਓ। ਜਦ ਕਿ ਡਿਪਾਰਟਮੈਂਟਲ ਡਾਇਰੈਕਟਰ ਜਾਂ ਐਡੀਸ਼ਨਲ ਡਾਇਰੈਕਟਰ, ਅਸਿਸਟੈਂਟ ਡਾਇਰੈਕਟਰ, ਜਿਹੜਾ ਵੀ ਚੈਨਲ ਇਹਨਾਂ ਦਾ ਹੈਗਾ, ਉਹਨਾਂ ਨੂੰ ਚਾਹੀਦਾ ਵੀ ਸਿਸਟਮੈਟਿਕਲੀ ਕੰਮ ਕਰਨ, ਪਰ ਸਿਸਟਮੈਟਿਕਲੀ ਉਹ ਵੀ ਨਹੀਂ ਕਰਦੇ, ਕਿਉਂਕਿ ਉਹ ਉੱਪਰ ਤੱਕ ਚੇਨ ਭ੍ਰਿਸ਼ਟਾਚਾਰ ਦੀ ਜੁੜੀ ਹੋਈ ਸੀ, ਜਿਹਦੇ ਕਰਕੇ ਉਹ ਇਹ ਸਹਿਜ ਸੁਭਾਈ ਬੰਦੇ ਨੂੰ ਕਹਿੰਦੇ ਸੀ ਤੁਸੀਂ ਜੇ ਉੱਪਰ ਮੰਤਰੀ ਸਾਹਿਬ ਨੂੰ ਮਿਲੋ, ਸਾਡੇ ਤੇ ਵਾਸਤਾ ਰੋਕ ਨਹੀਂ ਹੈ। ਸੋ ਜਦੋਂ ਇਹ ਸਿਸਟਮ ਸੈਟਅਪ ਹੋਇਆ ਸੀ, ਉਹ ਸਿਸਟਮ ਦੇ ਵਿੱਚੋਂ ਜਿਹੜਾ ਫਿਰ ਅਰੋੜਾ ਸਾਹਿਬ ਦਾ ਵੀ ਜਨਮ ਹੋਣਾ ਜ਼ਰੂਰੀ ਸੁਭਾਵਿਕ ਸੀ। ਤੇ ਕੁਛ ਉਹ ਵਪਾਰਕ ਪੁਆਇੰਟ ਆਫ ਵਿਊ ਨਾਲ ਗਏ ਸੀ, ਤੇ ਉਹਨਾਂ ਦਾ ਵੀ ਇਸ ਸਿਸਟਮ ਦੇ ਵਿੱਚ ਹੁਣ ਉਹ ਬੀਜੇਪੀ ਵਾਲੇ ਵੀ ਇਸੇ ਕਰਕੇ ਗਏ ਆ ਵੀ ਮੇਰਾ ਬਚਾਅ ਹੋ ਜਾਏਗਾ, ਪਰ ਉਹ ਨਹੀਂ ਹੋਇਆ। ਸੋ ਇਸ ਕਰਕੇ ਇਹ ਜੋ ਵਰਤਾਰਾ ਹੈ ਉਹਨਾਂ ਦੇ ਨਾਲ ਹੋਇਆ। ਮੈਂ ਕਹਿੰਦਾ ਵੀ ਜੇ ਇਮਾਨਦਾਰੀ ਨਾਲ ਚੱਲਿਆ ਜਾਵੇ, ਫਿਰ ਤਾਂ ਸਿਸਟਮ ਦੇ ਵਿੱਚ ਬਹੁਤ ਵੱਡੀ ਤਬਦੀਲੀ ਲਿਆਉਣ ਦੀ ਲੋੜ ਹੈ। ਜੇ ਤਬਦੀਲੀ ਆ ਜਾਏ ਤਾਂ ਪੰਜਾਬ ਤੇ ਚੱਕੀ ਹਿੰਦੁਸਤਾਨ ਮੁੜ ਕੇ ਫਿਰ ਸੋਨੇ ਦੀ ਕਿਹੜਾ ਡਾਇਮੰਡ ਤੇ ਸੋਨੇ ਦੀ ਚਿੜੀਆ ਤੋਂ ਪਹਿਲਾਂ ਹੀ ਹੈ, ਪਰ ਜੇਕਰ ਇਮਾਨਦਾਰ ਲੋਕ ਸਿਆਸਤ ਵਿੱਚ ਆਉਣ ਤਾਂ ਇਹ ਡਾਇਮੰਡ ਚਿੜੀਆਂ ਵੀ ਬਣ ਸਕਦੀ ਹੈ। ਵਰਲਡ ਦੇ ਵਿੱਚ ਕੋਈ ਸਾਨੀ ਨਹੀਂ ਹੈ ਹਿੰਦੁਸਤਾਨ ਦਾ। ਅਰੋੜਾ ਸਾਹਿਬ ਤੇ ਕਾਰਵਾਈ ਹੋਈ ਹੈ, ਪਹਿਲੀ ਤੇ ਆਖਰੀ ਕਾਰਵਾਈ ਨਹੀਂ ਹੈ, ਪਹਿਲਾਂ ਵੀ ਕਾਰਵਾਈਆਂ ਹੁੰਦੀਆਂ ਆਈਆਂ ਨੇ, ਬਹੁਤ ਸਾਰੇ ਭ੍ਰਿਸ਼ਟ ਜਿਹੜੇ ਆ ਸਿਆਸਤਦਾਨ ਉਹ ਫੜੇ ਜਾਂਦੇ ਰਹੇ ਆ, ਪਰ ਕੀ ਲੱਗਦਾ ਸਿਆਸਤਦਾਨ ਉਸ ਤੋਂ ਸਿੱਖਦੇ ਨਹੀਂ, ਉਹਨਾਂ ਕਾਰਵਾਈਆਂ ਤੋਂ, ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਕੋਈ ਗੱਲ ਨਹੀਂ, 4-5 ਜਿਹੜੇ ਆ ਕਿਤੇ ਇੱਧਰ ਉੱਧਰ ਗੇੜੇ ਲਾਵਾਂਗੇ ਸਾਲ 2 ਸਾਲ ਤੇ ਮੁੜ ਕੇ ਕਿਹੜਾ ਇੱਥੇ ਕੋਈ ਪੁੱਛਦਾ, ਜਾਂ ਇਹ ਲੱਗਦਾ ਉਹਨਾਂ ਨੂੰ ਕਾਨੂੰਨ ਦਾ ਡਰ ਨਹੀਂ, ਕਮੀ ਕਿੱਥੇ ਗਾ ਕਿ ਇਹ ਵਾਰ-ਵਾਰ ਵਰਤਾਰਾ ਹੋਈ ਜਾਂਦਾ, ਕਪੜੇ ਵੀ ਹੋਈ ਜਾਂਦੇ ਆ, ਜਿਹੜਾ ਆਪਣਾ ਪਰਿਵਾਰ ਜਿਹੜਾ ਆਪਣਾ ਕਾਰੋਬਾਰ ਉਹਦੇ ਵਿੱਚ ਸਿਆਸਤਦਾਨ ਲਗਾਤਾਰ ਵਾਧੇ ਕਰ ਰਹੇ ਆ, ਲੋਕ ਉੱਥੇ ਦੇ ਉੱਥੇ ਖੜੇ, ਪਿੰਡਾਂ ਵਿੱਚ ਅੱਜ ਵੀ ਲੋਕ ਇਹ ਮੰਗ ਰੱਖੇ ਬੈਠੇ ਆ ਵਿਚਾਰੇ, ਕਰਨ ਵੀ ਕੀ, ਗਲੀਆਂ ਬਣਾ ਦਿਓ, ਨਾਲੀਆਂ ਬਣਾ ਦਿਓ, ਉਸ ਤੋਂ ਅੱਗੇ ਪਿੰਡਾਂ 'ਚ ਲੋਕ ਸੋਚ ਹੀ ਨਹੀਂ ਸਕਦੇ। 17 ਸਾਲਾਂ 'ਚ ਸਾਡੇ ਪਿੰਡਾਂ ਦੇ ਸ਼ਹਿਰਾਂ ਨੂੰ ਨਾਲੀਆਂ 'ਚੋਂ ਬਾਹਰ ਹੀ ਨਹੀਂ ਕੱਢਿਆ। ਹੁਣ ਵੀ ਹਾਲਾਤ ਇਹ ਹੁਣ ਵੀ ਹਾਲਾਤ 80% ਤੋਂ ਵੱਧ ਪਿੰਡਾਂ ਬਿਲਕੁਲ ਇਹੋ ਹੀ ਹਾਲਾਤ ਨੇ। ਦੇਖੋ, ਜਿੱਥੋਂ ਤੱਕ ਤੁਸੀਂ ਪਹਿਲਾਂ ਸਵਾਲ ਕੀਤਾ ਵੀ ਇਹ ਜਿਹੜੇ ਪੋਲੀਟੀਕਲ ਲੋਕ ਹੈ, ਇਹ ਕਰਪਸ਼ਨ ਨੂੰ ਖਤਮ ਕਿਉਂ ਨਹੀਂ ਹੋਣ ਦਿੰਦੇ? ਉਹਦਾ ਕਾਰਨ ਹੈ ਕਿਉਂਕਿ ਸਿਸਟਮ ਜਿਹੜਾ ਨਾ ਉਹ ਪਹਿਲਾਂ ਹੀ ਆਲਰੇਡੀ ਸੈਟਅਪ ਹੈ। ਹਾਂ, 80 ਦੇ ਦਹਾਕੇ ਤੋਂ ਪਹਿਲਾਂ IAS ਅਫਸਰ ਤੇ ਪੋਲੀਟੀਸ਼ੀਅਨਸ, ਜਿਹਨੂੰ ਬਿਊਰੋਕਰੇਟ ਤੇ ਰਾਜਨੀਤਿਕ ਲੋਕ ਕਹਿੰਦੇ ਆਪਾਂ, ਇਹ ਰਲਗੱਡ ਨਹੀਂ ਸੀ। ਉਹ ਰਾਜਨੀਤਿਕ ਲੋਕ ਅੱਗੇ ਇਮਾਨਦਾਰ ਸੀ ਤਾਂ ਉਹ ਇਹਨਾਂ ਤੇ ਆਪਣੀ ਜਿਹੜੀ ਹੈਗੀ ਆ ਉਹ ਦੇਖ ਰੇਖ ਕਰਦੇ ਸੀ, ਤਾਂ ਇਹ ਅਫਸਰ ਸਹੀ ਕੰਮ ਕਰਦੇ ਸੀ। ਲੇਕਿਨ ਹੁਣ 80 ਦੇ ਦਹਾਕੇ ਤੋਂ ਪਹਿਲਾਂ ਦਾ ਜੋ ਸਿਸਟਮ ਇਹਨਾਂ ਦਾ ਚੱਲਿਆ ਸੀ ਵੀ ਕੰਮ ਉਹਨਾਂ ਨੇ ਕਰਨਾ, ਲੁੱਟੀ ਇਹਨਾਂ ਨੇ ਜਾਣਾ। ਉਹਨਾਂ ਨੇ ਕਿਹਾ ਯਾਰ ਕੰਮ ਅਸੀਂ ਕਰਦੇ ਹਾਂ, ਕੱਲ੍ਹ ਨੂੰ ਕੋਈ ਕਾਰਵਾਈ ਹੁੰਦੀ ਸਾਡੇ ਤੇ ਹੁੰਦੀ ਤਾਂ ਫਿਰ ਅਸੀਂ ਵੀ ਕਿਉਂ ਨਾ ਰਲ ਕੇ ਕਰ ਲਈਏ। ਉਹ ਇਹਨਾਂ ਨਾਲ ਰਲਗੱਡ ਹੋ ਗਏ। ਰਲਗੱਡ ਹੋਣ ਦੇ ਨਾਲ ਹੁਣ ਜਿਹੜਾ ਸਿਸਟਮ ਸੈਟਅਪ ਹੋਇਆ ਹੈ, ਬਿਊਰੋਕਰੇਟ ਵੀ ਭ੍ਰਿਸ਼ਟਾਚਾਰ ਦੀ ਦਲਦਲ 'ਚ ਫਸੇ ਹੋਇਆ, ਸੋ ਮੈਨੀ ਕੇਸ ਨਿਕਲਿਆ। ਇਸੇ ਤਰ੍ਹਾਂ ਜਿਹੜੇ ਰਾਜਨੀਤਿਕ ਲੋਕ ਹੈ ਉਹ ਵੀ ਇਸ ਦਲਦਲ ਵਿੱਚ ਫਸੇ ਹੋਇਆ। ਹੁਣ ਰਲ ਕੇ ਲੁੱਟਣ ਦਾ ਇਹਨਾਂ ਨੇ ਇੱਕ ਵਰਤਾਰਾ ਬਣਾ ਲਿਆ, ਜਿਸ ਦੇ ਵਿੱਚੋਂ ਕੋਈ ਵੀ ਬੰਦਾ ਬਾਹਰ ਨਹੀਂ ਆ ਸਕਦਾ, ਚਾਹੁੰਦਿਆਂ ਹੋਇਆਂ ਵੀ ਨਹੀਂ। ਅੱਛਾ, ਰਾਜਨੀਤਿਕ ਲੋਕ ਜਿਹੜੇ ਹੈ, ਜਿੱਦਾਂ ਇਹਨਾਂ ਦੀਆਂ ਪਾਰਟੀਆਂ, ਜੇ ਇਹਨਾਂ ਦੇ ਉੱਤੇ ਇੱਕ ਬਾਰ ਲੱਗ ਜਾਏ ਵੀ ਇਹਨਾਂ ਦੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਫੰਡ ਜਾਂਦਾ, ਉਹ ਫੰਡ ਦੇ ਪਤਾ ਹੋਵੇ ਵੀ ਕਿੱਥੋਂ ਆਇਆ ਤੇ ਕਿੰਨਾ ਆਇਆ, ਜੇ ਇਹ ਕਿਤੇ ਹੋ ਜਾਏ ਓਪਨ, ਲੋਕਾਂ ਦੀ ਸਮਝ ਦਾ ਹਿੱਸਾ ਬਣ ਜਾਏ, ਤਾਂ ਫਿਰ ਇਹਨਾਂ ਦੇ ਉੱਤੇ ਇਹ ਜਿਹੜਾ ਹੈ ਨਾ ਚੈੱਕਅਪ ਕੀਤਾ ਜਾ ਸਕਦਾ। ਹੁਣ ਜਿੰਨੀਆਂ ਵੀ ਆਪਣੀਆਂ ਵਰਗੀਆਂ ਫੈਕਟਰੀਆਂ ਕਰ ਲੈਂਦੇ ਆ, ਵੱਡੀਆਂ ਇੰਡਸਟਰੀਜ਼ ਹੈ, ਬਿਰਲਾ ਟਾਟਾ ਪਹਿਲਾਂ ਉਹ ਫੰਡਿੰਗ ਕਰਦਾ ਸੀ, ਅੱਜ ਕੱਲ੍ਹ ਜਿਹੜਾ ਹੈਗਾ ਅੰਬਾਨੀ ਫੰਡਿੰਗ ਕਰਦਾ। ਚਲਾ ਤਾਂ ਸਾਨੂੰ
ਜਿਹੜੇ ਹੈਗੇ ਆ ਉਹ ਕਾਰਪੋਰੇਟ ਘਰਾਣੇ ਰਹੇ ਨੇ। ਮਤਲਬ ਉਹ ਫੰਡ ਦੇ ਕੇ ਆਪਣੇ ਹਿਸਾਬ ਦੇ MP ਬਣਾ ਕੇ ਉਹ ਫਿਰ ਮੁੜ ਕੇ ਸਾਨੂੰ ਲੁੱਟਦੇ, ਜਿਵੇਂ ਕਿ ਅੰਬਾਨੀ ਜਿਹੜਾ ਹੈਗਾ ਉਹ ਜਾਂ ਅਦਾਨੀ ਜਿਹੜਾ ਹੈਗਾ ਉਹ ਤਾਂ ਕਰੋੜਾਂ ਅਰਬਾਂ ਰੁਪਈਆ ਦਾ ਜਿਹੜਾ ਫੰਡ ਆਪਣਾ ਉਹ ਫ੍ਰੀ ਕਰਾ ਗਿਆ, ਮਾਫ ਕਰਾ ਗਿਆ। ਇਹ ਸਾਰਾ ਸਿਸਟਮ ਉਸ ਸਿਸਟਮ ਦੇ ਨਾਲ ਬੱਝਾ ਹੋਇਆ। ਤੇ ਜਦੋਂ IS ਨੂੰ ਇਹ ਸਮਝ ਲੱਗਦੀ ਹੈ ਵੀ ਅਸੀਂ ਸਾਈਨ ਅਸੀਂ ਕਰਨਾ, ਮਰਨਾ ਅਸੀਂ ਆ, ਤੇ ਫਿਰ ਉਹ ਬਰਾਬਰ ਦਾ ਹਿੱਸੇ। ਹੁਣ ਅਗਲਾ ਸਵਾਲ ਤੁਹਾਡਾ ਇਹ ਆਇਆ ਵੀ ਇਹਨਾਂ ਦੇ ਇਹ ਕਿਵੇਂ ਰੋਕਿਆ ਜਾ ਸਕਦਾ। ਰੋਕਣਾ ਇਸ ਕਰਕੇ ਨਹੀਂ ਹੈ ਕਿਉਂਕਿ 5 ਸਾਲ ਉਹਨੇ ਕੱਢ ਲਏ, 5 ਸਾਲ ਉਹਨੇ ਕੱਢ ਲਏ। ਜੇ ਅਕਾਲੀ ਆ ਗਏ ਤਾਂ ਅਕਾਲੀਆਂ ਨੇ ਕਾਂਗਰਸ ਨੂੰ ਬਚਾਤਾ, ਜੇ ਕਾਂਗਰਸੀ ਆਏ ਤਾਂ ਉਹਨਾਂ ਨੇ ਉਹਨਾਂ ਨੂੰ ਬਚਾਤਾ। ਨਾ ਉਹਨਾਂ ਨੇ ਉੱਤੇ ਕਾਰਵਾਈ ਕਰਨੀ, ਨਾ ਉਹਨਾਂ ਨੇ ਕਾਰਵਾਈ ਕਰਨੀ। ਲੁੱਟੀ ਉਹਨਾਂ ਨੇ ਵੀ ਜਾਣਾ, ਲੁੱਟੀ ਉਹਨਾਂ ਨੇ ਵੀ ਜਾਣਾ। ਇਹ ਹੁਣ ਪਿਛਲੇ ਵਰਤਾਰੇ 'ਚ ਇਹੋ ਕੁਛ ਹੀ ਲੱਭ ਰਿਹਾ। ਪਰ ਨਵੀਂ ਸਰਕਾਰ ਦੇ ਵਿੱਚ ਹੁਣ ਅਰੋੜਾ ਸਾਹਿਬ ਜਿਹੜੇ ਆ ਕਿਤੇ ਨਾ ਕਿਤੇ ਸ਼ਿਕੰਜੇ 'ਚ ਫਸੇ ਕਾਨੂੰਨ ਦੇ, ਤੇ ਬਦਲਾਅ ਜਿਹੜਾ ਸੀਗਾ ਉਹ ਕਿਤੇ ਨਜ਼ਰ ਆ ਰਿਹਾ ਕਿ ਜਾਂ ਇਹ ਵੀ ਕੋਈ ਸਿਆਸੀ ਸਟੰਟ ਹੀ ਲੱਗਦਾ ਤੁਹਾਨੂੰ? ਨਹੀਂ, ਦੇਖੋ ਮੈਂ ਪਿਛਲੀ ਵਾਰ ਵੀ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਬਈ ਜਿਹੜਾ ਸਿਸਟਮ ਹੈ ਉਹ ਸਿਸਟਮ ਨਹੀਂ ਚੱਲਣ ਦੇ ਰਿਹਾ। ਨੋ ਡਾਊਟ ਵੀ ਇਮਾਨਦਾਰ ਕਦੀ ਬੀਨਾਸ਼ ਨਹੀਂ ਹੁੰਦਾ। ਇਮਾਨਦਾਰ ਹੈਗੇ ਨਹੀਂ। ਭਗਵੰਤ ਮਾਨ ਨੂੰ ਜੇ ਖੁੱਲ੍ਹਾ ਹੈਂਡ ਕੇਜਰੀਵਾਲ ਸਾਹਿਬ ਦੇਣ, ਪਲੱਸ ਉਹ ਜਿਹੜੀ ਸੋਚ ਲੈ ਕੇ ਚੱਲਿਆ ਹੋਇਆ, ਜੇ ਕਿਤੇ ਉਹ ਇਸ ਆਪਣੀ ਸੋਚ ਤੇ ਪਹਿਰਾ ਦੇ ਜਾਵੇ ਭਗਤ ਸਿੰਘ ਵਾਲੀ ਤੇ, ਤਾਂ ਫਿਰ ਸੱਚਮੁੱਚ ਆ ਜਿਹੜੇ ਅਰੋੜਾ ਸਾਹਿਬ ਵਰਗੇ ਬੰਦੇ ਜਾਂ ਜਿਹੜੇ ਆਪਣੇ ਗਿਲਜੀਆਂ ਸਾਹਿਬ, ਸੰਗਤ ਸਿੰਘ ਗਿਲਜੀਆਂ, ਤੇ ਹੁਣ ਇਹ ਜ਼ਮਾਨਤ ਤੇ ਆਏ ਹੋਏ ਨਾ। ਜੇ ਆਪਾਂ ਨਵਜੋਤ ਸਿੱਧੂ ਦੀ ਗੱਲ ਕਰ ਲਈਏ, ਉਹਨੂੰ ਸਜ਼ਾ ਵੀ ਹੋ ਗਈ। ਹੁਣ 1 ਸਾਲ ਦੀ ਸਜ਼ਾ ਕਹਿਣ, ਫਿਰ ਇਹਨਾਂ ਨੇ ਕਟੇਰੀਆ ਕੀ ਬਣਾ ਲੈਣਾ ਜੀ? 1 ਸਾਲ ਤੋਂ ਘੱਟ ਦੀ ਸਜ਼ਾ, ਇਸ ਕਰਕੇ ਮੁੜ ਕੇ ਫਿਰ ਸਿਆਸਤ ਵਿੱਚ ਆ ਸਕਦਾ। ਜਿਸ ਬੰਦੇ ਤੇ ਇੱਕ ਦਾਗ ਲੱਗ ਗਿਆ ਉਸ ਬੰਦੇ ਨੂੰ ਸਿਆਸਤ ਵਿੱਚੋਂ ਬਾਹਰ ਕਰਨਾ ਚਾਹੀਦਾ। ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਹੈ ਵੀ ਇਹਨੂੰ ਪ੍ਰੋਪਰਲੀ ਤੇ ਸਟਰੋਂਗਲੀ ਢੰਗ ਨਾਲ ਇਹਨੂੰ ਜਿਹੜਾ ਹੈਗਾ ਉਹ ਇੰਪਲੀਮੈਂਟ ਕੀਤਾ ਜਾਵੇ। ਤੁਸੀਂ ਗੱਲ ਕੀਤੀ ਸੰਗਤ ਸਿੰਘ ਗਿੱਲ ਦੀਆਂ, ਕਾਂਗਰਸ ਦੇ ਵਿੱਚ ਕਿਸੇ ਵੇਲੇ ਥੰਮ ਰਹੇ ਨੇ, ਤੇ ਟਾਂਡੇ ਦੇ ਵਿਧਾਇਕ ਬਹੁਤ ਲੰਬਾ ਸਮਾਂ ਰਹੇ ਨੇ, ਤੇ ਉੱਥੋਂ ਦੇ ਹੁਣ ਜਿਹੜੇ ਵਿਧਾਇਕ ਨੇ ਜਸਵੀਰ ਸਿੰਘ ਰਾਜਾ ਆਮ ਆਦਮੀ ਪਾਰਟੀ ਤੋਂ ਨੇ। ਦੇਖੋ ਗੱਲ ਇਹ ਆ ਵੀ ਜੇ BJP ਦੀ ਗੱਲ ਕਰੀਏ ਤਾਂ 143 ਬੰਦੇ ਉਹਨਾਂ ਦੇ ਅੱਜ ਦੀ ਡੇਟ ਵਿੱਚ ਵੀ ਕ੍ਰਿਮੀਨਲ ਨੇ। ਇਸੇ ਤਰ੍ਹਾਂ ਹੀ ਕੇਜਰੀਵਾਲ ਦੀ ਸਰਕਾਰ ਵਿੱਚ ਵੀ ਕੁਛ ਨਾ ਕੁਛ ਹੈਗਾ। ਤੇ ਜਿਹੜੀਆਂ ਥੱਲੇ ਸਰਕਾਰਾਂ ਹੈਗੀਆਂ, ਜਦੋਂ ਉੱਪਰ ਦਾ ਵਰਤਾਰਾ ਅਗਲੇ ਦੇਖਦੇ ਆ, ਜੇ ਕਹਿੰਦੇ ਆ ਵੀ ਕਿਸੇ ਨੂੰ ਆਪਾਂ ਬਰਾਬਰ ਦੇ ਹੋ ਕੇ ਹੀ ਢਾਹ ਸਕਦੇ ਆ, ਤੇ ਇਹ ਸਮਝਦੇ ਹੈਗੇ ਆ ਬਈ ਆਪਾਂ ਕਿਸੇ ਨਾ ਕਿਸੇ ਢੰਗ ਨਾਲ ਉਹਦੇ ਬਰਾਬਰ ਦੇ ਹਾਣ ਦੇ ਹੋ ਕੇ ਨਿਕਲੀਏ ਤਾਂ ਹੀ ਗੱਲ ਬਣੂਗੀ। ਪਰ ਇਹ ਵਰਤਾਰਾ ਨਹੀਂ ਹੈ। ਇਹ ਚਾਹੀਦਾ ਤਾਂ ਹੈਗਾ ਜੇ ਇਮਾਨਦਾਰੀ ਸਰਕਾਰ, ਜੇ ਕੇਜਰੀਵਾਲ ਸਾਹਿਬ ਇਹ ਕਹਿੰਦੇ ਆ ਵੀ ਅਸੀਂ ਇਮਾਨਦਾਰੀ ਸਰਕਾਰ ਦਿਆਂਗੇ, ਤੇ ਫਿਰ ਇੱਦਾਂ ਦੇ ਬੰਦਿਆਂ ਦੇ ਉੱਤੇ ਵੀ ਚੈੱਕਅਪ ਲਾਉਣਾ ਚਾਹੀਦਾ। ਇਹੋ ਜਿਹੇ ਬੰਦਿਆਂ ਨੂੰ ਨਹੀਂ ਸੀ ਸਿਆਸਤ ਵਿੱਚ ਲਿਆਉਣਾ ਚਾਹੀਦਾ। ਇਹ ਨੋ ਡਾਊਟ ਕਿ ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਚੱਲਣਾ। ਜਿੰਨਾ ਖਰਚੀਲਾ ਸਾਡਾ ਇਲੈਕਸ਼ਨ ਹੈ ਨਾ, ਉਸ ਖਰਚੀਲੇ ਇਲੈਕਸ਼ਨ ਦੇ ਉੱਤੇ ਮਾੜਾ ਮੋਟਾ ਬੰਦਾ ਤਾਂ ਕੰਮ ਹੀ ਨਹੀਂ। ਹੁਣ ਗਿਲਜੀਆਂ ਸਾਹਿਬ ਦਾ ਮੁਕਾਬਲਾ ਰਾਜੇ ਤੋਂ ਬਿਨਾਂ ਕੋਈ ਹੋਰ ਕਰ ਨਹੀਂ ਸੀ ਸਕਦਾ। ਸ਼ਰਾਬਾਂ ਵੀ ਵੰਡੀਆਂ, ਸਾਰਾ ਕੁਝ ਹੀ ਹੁੰਦਾ। ਭਾਵੇਂ ਕਹਿਣ ਨੂੰ ਜੋ ਕੋਈ ਮਰਜ਼ੀ ਕਹੀ ਜਾਵੇ, ਹੈ ਨਾ, ਉਹ ਹਰ ਪਾਰਟੀ ਦਾ ਬੰਦਾ ਕਿਸੇ ਨਾ ਕਿਸੇ ਰਾਜਾ ਸਾਹਿਬ ਦੇ ਨਾਲ ਕੁਝ ਜਿਹੜੇ ਉਹਨਾਂ ਦੇ ਨਾਲ ਕਰੀਬੀ ਅਕਸਰ ਰਹਿੰਦੇ ਨੇ ਸਿਆਸਤਦਾਨਾਂ ਨੂੰ ਸ਼ੌਕ ਵੀ ਹੁੰਦਾ ਤੇ ਜ਼ਰੂਰਤ ਵੀ ਹੁੰਦੀ ਕਿ ਕੁਝ ਕਰੀਬੀ ਹਰ ਵੇਲੇ ਉਹਨਾਂ ਦੇ ਨਾਲ ਮੌਜੂਦ ਰਹਿਣੇ ਚਾਹੀਦੇ ਨੇ, ਤਾਂ ਕਿ ਥੋੜਾ ਭਰਮੀ ਐਂਟਰੀ ਲੱਗੇ। ਬਿਲਕੁਲ, ਜਦੋਂ ਵੀ ਕਿਤੇ ਜਾਂਦੇ ਨੇ ਪ੍ਰਭਾਵ ਪਵੇ। ਬਿਲਕੁਲ। ਤੇ ਉਹ ਲੋਕ ਜਿਹੜੇ ਕਦੇ ਸੰਗਤ ਸਿੰਘ ਗਿਲਜੀਆਂ ਨਾਲ ਹੋਇਆ ਕਰਦੇ ਸਨ, ਜਿਵੇਂ ਸਰਕਾਰ ਬਦਲਦੀ ਆ ਉਹ ਰਾਜਾ ਸਾਹਿਬ ਦੇ ਨੇੜੇ ਹੋ ਗਏ, ਜਿਨ੍ਹਾਂ ਨੇ ਸੰਪਤੀਆਂ 10 ਸਾਲ ਦੇ ਵਿੱਚ ਬਹੁਤ ਸਾਰੀਆਂ ਬਣਾ ਲਈਆਂ। ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਤੇ ਉਹਨਾਂ ਦੇ ਲੋਕਾਂ ਦੀ ਜਾਂਚ ਕੌਣ ਕਰੇਗਾ? ਦੇਖੋ, ਵਿਜੀਲੈਂਸ ਕੋਲ ਇੰਨਾ ਕੰਮ ਆ ਗਿਆ ਵੀ ਇਕੱਲਾ ਵਿਜੀਲੈਂਸ ਹੀ ਨਹੀਂ ਕੁਛ ਵੀ ਕਰ ਸਕੇਗਾ। ਜਾਂ ਤਾਂ ਵਿਜੀਲੈਂਸ ਨੈਸ਼ਨਲ ਲੈਵਲ ਦੇ ਜਾਂ ਸਟੇਟ ਲੈਵਲ ਦੇ ਵੱਡੇ ਕੇਸਾਂ ਨੂੰ ਦੇਖਣ। ਆ ਜਿਹੜੇ ਸਾਡੇ ਛੋਟੇ ਅਧਿਕਾਰੀ ਹੈਗੇ ਆ, ਇਹ ਵੀ ਇਹਨਾਂ ਚੀਜ਼ਾਂ ਦੇ ਉੱਤੇ ਜੇ ਪੂਰੀ ਨਿਗਰਾਨੀ ਕਰਨਗੇ ਤਾਂ ਹੀ ਇਹਦਾ ਕੋਈ ਹੱਲ ਬਦਲਵਾਨ। ਇਮਾਨਦਾਰ ਸਾਰੇ ਹੋਣਗੇ ਤਾਂ ਇਮਾਨਦਾਰੀ ਦੀ ਗੱਲ ਕੀਤੀ ਜਾ ਸਕਦੀ। ਜੇ ਕਹੀਏ ਹੁਣ ਸਾਰੇ ਹੈਗੇ ਤਾਂ ਚੋਰ ਹੀ ਆ, ਚਾਰੇ ਚੋਰਾਂ ਨੂੰ ਇਮਾਨਦਾਰਾਂ ਨੇ ਫੜਨਾ। ਹੁਣ ਜਿੱਦਾਂ ਇਹ 50 ਲੱਖ ਰੁਪਈਆ ਅਰੋੜਾ ਸਾਹਿਬ ਦੇਣ ਚੱਲ ਗਏ, ਤੇ ਇੱਦਾਂ ਛੋਟੇ ਮੋਟਿਆਂ ਨੂੰ ਤਾਂ ਦੇ ਕੇ ਬਚਾਇਆ ਹੀ ਜਾ ਸਕਦਾ ਨਾ। ਇਹ ਜਿਹੜੀਆਂ ਪਿਰਤਾਂ ਪਾਈਆਂ ਹੋਈਆਂ, ਟੀਕਾ ਲਾ ਕੇ ਵੇਖ ਲੈਣਾ ਅਗਲੇ ਨੂੰ ਵੀ ਕਿੱਥੇ ਕੁ ਤੱਕ ਚੱਲਦਾ। ਕੱਲ ਤੁਸੀਂ ਵੀ ਦੇਖਿਆ ਹੋਣਾ, ਬੀਤੇ ਕੱਲ ਤੋਂ 2 ਦਿਨ ਤੋਂ ਲਗਾਤਾਰ ਸਾਡੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਜਿਹੜੇ ਆ ਲਗਾਤਾਰ ਛਾਪੇਮਾਰੀ ਕਰ ਰਹੇ ਆ,
ਤੇ ਉਹ ਜਦੋਂ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਮੋਬਾਈਲ ਦੇਖੋ ਜੀ ਕਿੰਨੇ ਫੜੇ ਆ, ਅਸੀਂ ਮੋਬਾਈਲ ਜਿਹੜੇ ਆ ਇਹ ਥਰੋ ਕੀਤੇ ਜਾਂਦੇ ਆ ਬਾਹਰੋਂ ਵੀ। ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਲੋਕ ਜਿਹੜਾ ਸ਼ੰਕੇ ਜ਼ਾਹਰ ਕਰਦੇ ਪ੍ਰਸ਼ਾਸਨ ਦੇ ਉੱਤੇ, ਸਰਕਾਰਾਂ ਦੇ ਉੱਤੇ, ਜੇਲ੍ਹ ਵਿਭਾਗ ਦੇ ਉੱਤੇ, ਪਰ ਅਸਲ ਦੇ ਵਿੱਚ ਬਾਹਰੋਂ ਜਿਹੜੇ ਮੋਬਾਈਲ ਸਿੱਟੇ ਜਾਂਦੇ ਨੇ ਉਹਦੇ 'ਤੇ ਲੋਕ ਬਹੁਤ ਸਾਰੇ ਟਰੋਲ ਵੀ ਕਰ ਰਹੇ ਨੇ, ਮੀਮਸ ਬਣਾ ਰਹੇ ਨੇ, ਮਜ਼ਾਕ ਵੀ ਕਰ ਰਹੇ ਨੇ ਕਿ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਕੋਈ ਪੈਕਟ ਸੁੱਟਣਾ। ਤਾਂ ਜੇਲ੍ਹ ਦੇ ਅਕਸਰ ਜਿਹੜਾ ਆ ਸੱਜੇ ਖੱਬੇ ਪਾਸੇ ਟਾਵਰ ਬਣੇ ਹੁੰਦੇ ਨੇ, ਬੜੀ ਹਾਈਟੈਕ ਮਸ਼ੀਨਰੀ ਲੱਗੀ ਹੁੰਦੀ ਹੈ, ਤੇ ਉੱਥੇ ਪੈਕਟ ਸੁੱਟਣਾ, ਤੇ ਪੈਕਟ ਜੇ ਸੁੱਟਿਆ ਵੀ ਮੰਨ ਲਿਆ ਜਾਵੇ ਕਿ ਸੱਚਮੁੱਚ ਪੈਕਟ ਸੁੱਟੇ ਜਾਂਦੇ ਨੇ, ਤੇ ਉਹ ਪੈਕਟ ਅੰਦਰ ਕੈਦੀਆਂ ਤੱਕ ਕੌਣ ਪਹੁੰਚਾਉਂਦਾ ਹੈ? ਦੇਖੋ, ਜਿੱਥੋਂ ਤੱਕ ਕੈਦੀਆਂ ਦਾ ਸਵਾਲ ਹੈ ਨਾ, ਮੈਨੂੰ ਕਹਿ ਸਕਦੇ ਹਾਂ ਵੀ ਸਾਡਾ ਕੋਈ ਬੰਦਾ ਸੀਗਾ, ਕਿਸੇ ਨੂੰ ਸਜ਼ਾ ਹੋਈ ਸੀ, ਮੈਨੂੰ ਵੀ ਇੱਕ ਵਾਰੀ ਮਿਲਣ ਜਾਣ ਦਾ ਮੌਕਾ ਮਿਲਿਆ ਸੀ। ਇਹ ਕੋਈ 15 ਕੁ ਸਾਲ ਪਹਿਲਾਂ ਦੀ ਗੱਲ ਹੈ। ਜੇ 15 ਸਾਲ ਪਹਿਲਾਂ ਜਿਹੜਾ ਜੇਲਰ ਆ ਉਹਦੇ ਨਾਲ ਮਿਲੀ ਭੁਗਤ ਹੋ ਕੇ, ਹੈ ਨਾ, ਉਹ ਅੰਦਰ ਦੇ ਜਿਹੜੇ ਬੰਦੇ ਬੈਠੇ ਆ, ਕਿਸੇ ਨੂੰ ਲੰਬੜਦਾਰ ਦਾ ਨਾਂ ਦਿੱਤਾ ਜਾਂਦਾ, ਕਿਸੇ ਨੂੰ ਕੋਈ ਹੋਰ ਨਾਂ ਦਿੱਤਾ ਜਾਂਦਾ, ਉਹ ਉੱਥੇ ਉਹਨਾਂ ਦੀ ਮੁਤਾਬਕ, ਜੇਲਰ ਦੀ ਮੁਤਾਬਕ ਉੱਥੇ ਸਾਰਾ ਸਿਸਟਮ ਚੱਲਦਾ ਹੈ। ਉਹ ਮੋਟੀਆਂ ਰਕਮਾਂ ਵੀ ਲੈਂਦੇ ਆ, ਇਹ ਓਪਨ ਵੀ ਹੋ ਗਈ ਗੱਲ। ਤਾਂ ਉਸ ਵੇਲੇ ਵੀ ਇਹ ਸਿਸਟਮ ਚਾਲੂ ਸੀ। ਤਾਂ ਮੈਨੂੰ ਉਸ ਬੰਦੇ ਨੇ ਦੱਸਿਆ, ਇਹ ਕਹਿੰਦਾ ਭਾਜੀ ਬਾਹਰ ਹੀ ਲੱਗਦੀ ਜੇਲ੍ਹ, ਅੰਦਰ ਕੋਈ ਜੇਲ੍ਹ ਜੂਲ ਨਹੀਂ ਹੈਗੀ। ਮੈਂ ਕੀ ਗੱਲ? ਕਹਿੰਦਾ ਅੰਦਰ ਟੀਵੀ ਸਾਡੇ ਚੱਲਦੇ ਆ, ਹਰ ਤਰ੍ਹਾਂ ਦੀ ਸਾਨੂੰ ਫੈਸਿਲਿਟੀ ਆ। ਹਾਂਜੀ, ਕੋਈ ਇੱਥੇ ਪ੍ਰੋਬਲਮ, ਤੁੜਕਾ ਹੀ ਆਪਣਾ ਲਾ ਕੇ ਖਾਂਦੇ ਆ। ਜੇ ਉਹਨਾਂ ਨੂੰ ਸਾਰਾ ਕੁਝ ਉੱਥੇ ਉਹ ਕੁਛ ਹੀ ਮਿਲਣਾ ਫਿਰ ਜੇਲ੍ਹ ਕਾਹਦੀ ਆ? ਇਸ ਤਰ੍ਹਾਂ ਮਤਲਬ ਇਹ ਜੋ ਕੁਛ ਗੈਂਗਸਟਰਾਂ ਦੇ ਉੱਤੇ ਵੀ ਜਿਹੜੇ ਹੁਣ ਗੈਂਗਸਟਰ, ਹੁਣ ਜਿਹੜੇ ਮੋਬਾਈਲ ਦੀ ਗੱਲ ਤੁਸੀਂ ਕੀਤੀ ਹੈ, ਹੁਣ ਉੱਥੇ ਗੈਂਗਸਟਰ ਵੱਡੇ ਵੱਡੇ ਆ ਜਿਨ੍ਹਾਂ ਤੋਂ ਬਾਹਰ ਲੋਕ ਥਰ-ਥਰ ਕੰਬਦੇ, ਬਾਹਰ ਦੀ ਸਰਕਾਰ ਥਰ-ਥਰ ਕੰਬਦੀ, ਤਾਂ ਉਹ ਜੇਲਰ ਉਹਦੇ ਸਾਹਮਣੇ ਸੁਪਰਡੈਂਟ ਕੀ ਹੈ? ਕੁਝ ਵੀ ਨਹੀਂ। ਉਹ ਤਾਂ ਫਿਰ ਉਹਨੂੰ ਡਰਾ ਕੇ, ਬਲਕਿ ਉਹਦੇ ਨਾਂ ਤੋਂ ਹੀ ਉਹਨੇ ਡਰ ਜਾਣਾ। ਤੇ ਉੱਥੇ ਅੰਦਰ ਬਦਮਾਸ਼ੀ ਵੀ ਪੂਰੀ ਕਰਦੇ ਆ। ਤੇ ਇਸ ਕਰਕੇ ਉਹਨਾਂ ਨੂੰ ਕੋਲ ਮੋਬਾਈਲ ਲਿਜਾਣ, ਉਹਨੇ ਕਹਿਣਾ ਮੋਬਾਈਲ ਲਿਆ ਕੇ ਦੇ, ਬਾਹਰੋਂ ਲਿਆ ਕੇ ਦੇਣਗੇ। ਇਹ ਸਾਰਾ ਕੁਝ ਸਿਸਟਮ ਜੋ ਕੁਛ ਹੈਗਾ ਉਹ ਪੁਲਿਸ ਦੀ ਮਿਲੀ ਭੁਗਤ ਨਾਲ ਚੱਲਦਾ। ਕਿਤੇ ਬਾਹਰੋਂ ਕੰਧੋਂ ਟੱਪ ਕੇ ਕੁਝ ਨਹੀਂ ਆਉਂਦਾ, ਕਿਤੇ ਇੱਕ ਅੱਧਾ ਇੰਸੀਡੈਂਟ ਕਿਤੇ ਹੋ ਸਕਦਾ, ਕਿਉਂਕਿ ਟਾਵਰ ਉੱਚੇ ਲੱਗੇ ਆ, ਰਾਈਫਲ ਦੇ ਉੱਤੇ ਪਹਿਰਾ ਦੇ ਰਹੇ ਬੰਦੇ, ਉਹ ਕਿਉਂ ਨਹੀਂ ਸ਼ੂਟ ਕਰਦੇ ਫਿਰ ਉਹ, ਜੇ ਇੱਦਾਂ ਦੀ ਕੋਈ ਹਰਕਤ ਕਰਦਾ ਤਾਂ। ਇਸ ਕਰਕੇ ਇਹ ਸਿਰਫ ਆਪਣੇ ਆਪ ਨੂੰ ਬਚਾਉਣ ਵਾਸਤੇ ਪੁਲਿਸ ਇੱਕ ਬਹਾਨਾ ਲਾਉਂਦੀ ਆ। ਸ਼ਾਇਦ ਇਸੇ ਕਰਕੇ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਮਾਤਾ ਜਿਹੜੇ ਆ ਉਹਨਾਂ ਨੇ ਵੀ ਇਹ ਗੱਲ ਜਿਹੜੀ ਆ ਆਖੀ ਸੀ, ਵੱਡੇ ਪੱਧਰ ਤੇ ਚੁੱਕੀ, ਤੇ ਲੋਕ ਵੀ ਜਿਹੜੇ ਆ ਉਹ ਸਵਾਲ ਕਰ ਰਹੇ ਨੇ ਕਿਹੜੇ ਗੈਂਗਸਟਰ ਆ ਜਦੋਂ ਫੜੇ ਜਾਂਦੇ ਨੇ, ਜੇਲ੍ਹ ਲੈ ਕੇ ਜਾਂਦੇ ਆ ਪੇਸ਼ੀਆਂ ਤੇ, ਰਿਮਾਂਡ ਤੇ, ਲੋਕ ਉਹਨਾਂ ਨੂੰ ਦੇਖਦੇ ਨੇ, ਉਹ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਹੋਣ ਦੀ ਥਾਂ ਵੱਧ ਤਕੜੇ ਹੋ ਰਹੇ ਨੇ, ਵੱਧ ਸੋਹਣੇ ਦਿਖਣ ਲੱਗ ਗਏ, ਉਹਨਾਂ ਦੀਆਂ ਬੋਡੀਆਂ ਬਣ ਗਈਆਂ, ਚੰਗੇ ਸੋਹਣੇ ਬ੍ਰਾਂਡਡ ਕੱਪੜੇ ਪਾਏ ਜਾ ਰਹੇ ਨੇ। ਉਹ ਲੱਗਦਾ ਹੀ ਨਹੀਂ ਜੇਲ੍ਹ ਤੋਂ, ਐਂ ਲੱਗਦਾ ਵੀ ਜਿਵੇਂ ਕਿਤੇ ਇੱਕ VIP ਕਿਸੇ ਹੋਟਲ ਚੋਂ ਨਿਕਲ ਕੇ ਆਪਣੇ ਘਰ ਜਾਂ ਘਰ ਤੋਂ ਹੋਟਲ ਜਾ ਰਿਹਾ। ਸ਼ਾਇਦ ਇਸੇ ਕਰਕੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ। ਨਹੀਂ, ਉਹਨੂੰ ਸਾਡਾ ਸਿਸਟਮ ਸ਼ੈਲਟਰ ਕਰਦਾ ਉਲਟਾ, ਬਜਾਏ ਇਸ ਗੱਲ ਦੇ ਕਿ ਉਹ ਕ੍ਰਿਮੀਨਲ ਬੰਦਾ ਆ, ਉਹਨੂੰ ਉਸ ਤਰ੍ਹਾਂ ਦਾ ਟਰੀਟ ਕੀਤਾ ਜਾਵੇ। ਉਸ ਤਰ੍ਹਾਂ ਦਾ ਟਰੀਟ ਕੋਈ ਵੀ ਨਹੀਂ ਕਰਦਾ। ਸਿਸਟਮ ਤਾਂ ਸਾਡਾ ਸਗਾ ਸ਼ੈਲਟਰ ਕਰਦਾ ਉਹਨੂੰ। ਤੁਸੀਂ ਦੇਖੋ ਵੀ ਹੁਣ ਜੇ ਏਡੇ ਏਡੇ ਵੱਡੇ ਕ੍ਰਿਮੀਨਲ ਬੰਦੇ ਆ, ਹੁਣ ਉਹਨਾਂ ਤੇ ਇੰਨਾ ਖਰਚਾ ਕੀਤਾ ਜਾ ਰਿਹਾ, ਜਿਨ੍ਹਾਂ ਬੰਦਿਆਂ ਨੇ ਪਤਾ ਨਹੀਂ ਕਿੰਨੇ ਕਿੰਨੇ ਬੰਦੇ ਮਾਰੇ ਹੋ ਆ, ਉਹਨਾਂ ਤੇ ਬਣਦੀ ਸਜ਼ਾ ਦੇ ਕੇ ਪਾਸੇ ਕਰੋ। ਕ੍ਰਾਈਮ ਕਿਸੇ ਨੇ ਕੀਤਾ, ਉਹਨੂੰ ਸੁਣਵਾਈ ਕਰੋ, ਸੁਣਵਾਈ ਕਰਕੇ 10 ਦਿਨ, ਮਹੀਨੇ, 2 ਮਹੀਨਿਆਂ ਦੀ ਸਜ਼ਾ ਦੇ ਕੇ ਪਾਸੇ ਕਰੋ। ਨਾਲੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਤੇ ਇੱਕਦਮ ਐਕਸ਼ਨ ਹੋਣਾ। ਤੇ ਜੇ ਤੁਸੀਂ ਉਹਨੂੰ ਸਾਲਾਂ ਬੱਧੀ, ਅੱਜ ਗਵਾਹ ਇੱਕ ਕਰਾ ਲਿਆ, ਕੱਲ ਨੂੰ ਦੂਜਾ ਕਰਾ ਲਿਆ, ਕਿਉਂਕਿ ਜਿੰਨਾ ਲੰਬਾ ਸਮਾਂ ਚੱਲਣਾ ਹੈ ਉਹਦੇ ਵਿੱਚੋਂ ਕੋਈ ਬੰਦੇ ਮਰ ਜਾਣੇ ਆ, ਕੋਈ ਚੀਜ਼ ਪੈਣੇ ਆ, ਕੋਈ ਉਹਦਾ ਕੁਝ ਨਹੀਂ ਹੈਗਾ ਵਿੱਚ। ਇਹ ਸਾਰਾ ਸਿਸਟਮ ਜਿਹੜਾ ਹੈਗਾ ਇਹ ਇਹਨਾਂ ਲੋਕਾਂ ਨੂੰ ਸ਼ੈਲਟਰ ਕਰਨ ਵਾਸਤੇ ਹੀ ਹੈਗਾ। ਹਾਂ, ਜਿਹੜਾ ਬੰਦਾ ਇੰਨਾ ਵੱਡਾ ਕ੍ਰਿਮੀਨਲ ਆ, ਉਹਦਾ ਵੱਡਾ ਅੱਗੇ ਇੰਨਾ ਵੱਡਾ ਸਿਸਟਮ ਸੈਟਅਪ ਆ, ਤੁਸੀਂ ਉਸ ਬੰਦੇ ਨੂੰ ਕਹੋਗੇ ਵੀ ਉਹ ਪੁਲਿਸ ਦੀ ਪਰਵਾਹ ਕਰੂਗਾ? ਪੁਲਿਸ ਤਾਂ, ਬਲਕਿ ਜੇ ਮੈਂ ਇਹ ਕਹਿ ਲਵਾਂ ਵੀ ਗੈਂਗਸਟਰ ਸਿਸਟਮ ਦੀ ਪੂਰੀ ਸਿਸਟਮ ਦੇ ਨਾਲ ਪੂਰੀ ਮਿਲੀ ਭੁਗਤ ਹੁੰਦੀ ਆ, ਉੱਥੇ ਤੱਕ ਮਹੀਨਾ ਵੀ ਜਾਂਦਾ ਰਹਿੰਦਾ। ਬਿਲਕੁਲ, ਬੇਕਸੂਰੇ ਦੇ ਤਾਂ ਗੇੜੇ ਹੀ ਇਹਨੇ ਲਵਾ ਦਿੱਤੇ ਜਾਂਦੇ ਆ ਕਿ ਉਹ ਵਿਚਾਰਾ ਨਾ ਚਾਹੁੰਦੇ ਵੀ ਕਈ ਵਾਰੀ ਜਾਂ ਤਾਂ ਉਹਦੇ ਕੋਲ ਦੋ ਰਸਤੇ ਨੇ ਤੇ FIR ਦਰਜ ਕਰਾਉਣੀ ਹੋਵੇ ਉਹਦੀ ਨਹੀਂ ਕੋਈ ਕਰਦਾ, ਜਾਂ ਤਾਂ 2 ਰਸਤੇ ਰਹਿ ਜਾਂਦੇ ਨੇ, ਜਾਂ ਤਾਂ ਫਿਰ ਜੁਰਮ ਦੀ ਦੁਨੀਆ ਦੇ ਵਿੱਚ ਪੈਰ ਧਰੂਗਾ, ਜਾਂ ਫਿਰ ਉਹ ਖੁਦਕੁਸ਼ੀ ਕਰ ਜਾਊਗਾ। ਬਿਲਕੁਲ। ਇਸ ਤੋਂ ਅਗਲਾ ਰਸਤਾ ਕਿਸੇ ਮਾਤੜ ਬੰਦੇ ਕੋਲ ਬਚਦਾ ਨਹੀਂ ਬਚਦਾ। ਤੇ ਸਰਕਾਰ ਬਦਲ ਗਈ ਆ, ਬਦਲਾਅ ਦਾ ਜਿਹੜਾ ਉਮੀਦ ਲੋਕਾਂ ਨੂੰ ਹੈਗੀ, ਤੁਸੀਂ ਵੀ ਜਿਹੜੀ ਆ ਉਮੀਦਾਂ ਸਰਕਾਰ ਤੋਂ ਹੈਗੀ ਆ, ਉਮੀਦ ਤੁਸੀਂ ਵੀ ਜ਼ਾਹਰ ਕੀਤੀ ਸੀ ਕਿ ਬਦਲਾਅ ਜਿਹੜਾ ਉਹ ਹੋ ਸਕਦਾ। ਮਾਨ ਸਾਹਿਬ ਕਹਿੰਦੇ ਕਿ 6 ਮਹੀਨੇ ਲੱਗ ਗਏ ਸਾਨੂੰ ਸਾਰਾ ਸਿਸਟਮ ਠੀਕ ਕਰਨ ਨੂੰ, ਤੇ ਹੁਣ ਜਿਹੜਾ ਪੰਜਾਬ ਤਰੱਕੀ ਦੀ ਰਾਹ ਤੇ ਜਿਹੜਾ ਉਹ ਲੀਹਾਂ ਤੇ ਪੈ ਚੁੱਕਿਆ। ਕਿੱਦਾਂ ਦੇਖਦੇ ਹੋ? ਦੇਖੋ, ਕੁਛ ਉਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਆ, ਆਪਾਂ ਸਾਰੇ ਤਾਂ ਨਹੀਂ ਅਜੇ ਕਹਿ ਸਕਦੇ। ਦੇਖੋ,
ਮਾਨ ਸਾਹਿਬ ਉਹਨਾਂ ਨੇ ਸਟੇਟ ਲੈਵਲ ਤੇ ਕੁਝ ਕੰਮ ਚੰਗੇ ਕੀਤੇ ਆ ਜੀ, ਲੇਕਿਨ ਜੇ ਕਹੀਏ ਵੀ ਇੱਕਦਮ ਸਾਰਾ ਕੁਝ ਬਦਲਾਅ 'ਚ ਆ ਜਾਣਾ, ਇਹ ਇੰਪੋਸੀਬਲ ਆ, ਕਿਉਂਕਿ ਇਹਦੇ ਫੰਡਿੰਗ ਬਹੁਤ ਵੱਡੀ ਚਾਹੀਦੀ ਆ। ਇਹ ਸਾਨੂੰ ਮਾਨ ਸਾਹਿਬ ਹੁਣੇ ਕਹਿਣ ਜਾਂ ਨਾ ਕਹਿਣ, ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਅਵਸਥਾ ਦਾ ਪਤਾ ਹੈ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਜਾਂਦੀਆਂ ਉਹ ਸਾਰਾ ਕੁਝ ਲੁਟਾ ਕੇ ਜਾਂਦੀਆਂ ਤੇ ਕੁਝ ਲੁੱਟ ਕੇ ਜਾਂਦੀਆਂ। ਸੋ ਉਹਦੇ ਵਿੱਚ ਚੰਨੀ ਸਾਹਿਬ ਉਹਨਾਂ ਨੇ ਵੀ ਉਹ ਕੁਝ ਕੀਤਾ, ਤੇ ਉਹ ਉਸ ਕੰਮ ਲਈ ਪੈਸੇ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਤਾਂ ਆਮ ਲੋਕਾਂ ਦੇ ਵਾਅਦਿਆਂ ਦਾ ਉਹਨਾਂ ਨੇ ਕੀਤਾ ਸੀ, ਉਹਦੇ ਵਿੱਚੋਂ ਕੁਝ ਲਾਗੂ ਕਰਦੇ ਆ, ਜਿੱਦਾਂ ਬਿਜਲੀ ਦਾ ਹੋ ਗਿਆ, ਫਿਰ ਆਹ ਦਾਲ ਆਟਾ ਦਾਲ ਸਕੀਮ ਦਾ ਵੀ ਕਰਨ ਜਾ ਰਹੇ ਆ, ਇੱਦਾਂ ਥੋੜ੍ਹੇ ਬਹੁਤੇ ਕੀਤੇ ਆ। ਇਹਦੇ ਨਾਲ ਦੀ ਨਾਲ ਹੀ ਜੇ ਆਪਾਂ ਕਹੀਏ ਵੀ ਸਮੁੱਚੇ ਤੌਰ 'ਤੇ ਉਹਨਾਂ ਨੇ ਸ਼ਹਿਰਾਂ ਦੇ ਵਿੱਚ ਕੋਈ ਵਿਕਾਸ ਦੀ ਲਹਿਰ ਚਲਾ ਲਈ ਹੈ, ਇਹ ਨਹੀਂ ਹਜੇ ਹੈਗਾ। ਜੇ ਹੁਸ਼ਿਆਰਪੁਰ ਦੀ ਪ੍ਰੋਪਰ ਦੀ ਗੱਲ ਕਰ ਲਈਏ ਤੇ ਅਜੇ ਤੱਕ ਇੱਥੇ ਕੋਈ ਇੱਦਾਂ ਦਾ ਵਿਕਾਸ ਦੇਖਣ ਨੂੰ ਨਹੀਂ ਮਿਲਿਆ। ਹਾਂ, ਛੋਟੀਆਂ ਮੋਟੀਆਂ ਸੜਕਾਂ ਦਾ ਜਿੰਪਾ ਸਾਹਿਬ ਬਿਆਨ ਦੇ ਦਿੰਦੇ ਆ ਵੀ ਆਹ ਸ਼ੁਰੂ ਕਰ ਦਿੱਤੀ ਆ, ਉਹ ਨਗਰ ਨਿਗਮ ਦੇ ਸਰਕਾਰ ਵਾਲੇ ਪਾਸਿਓਂ ਅਜੇ ਕੁਛ ਵੀ ਨਹੀਂ ਹੈ। ਆ ਭੰਗੀ ਚੌਕ ਦੀ ਗੱਲ ਕਰ ਲਈਏ, ਭੰਗੀ ਚੌਕ ਦੇ ਉੱਤੇ ਜੇ ਪੁਲ ਦੇ ਲਾਗੇ ਦੇਖੀਏ ਤਾਂ ਉੱਥੇ ਏਡੇ ਏਡੇ ਟੋਏ ਹੈਗੇ ਆ, ਨੈਸ਼ਨਲ ਰੋਡ ਹਾਈਵੇ ਕੰਸੀਡਰ, ਪਰ ਉੱਥੇ ਕੋਈ ਵੀ ਨਹੀਂ ਕਰ ਰਿਹਾ, ਨਾ ਨੈਸ਼ਨਲ ਹਾਈਵੇ ਵਾਲੇ ਕਰ ਰਹੇ, ਨਾ ਨਗਰ ਨਿਗਮ ਵਾਲੇ ਕਰ ਰਹੇ। ਹੁਣ ਤਾਂ ਲੋਕਾਂ ਦੇ ਮਹਿਮਾਨ ਆਉਂਦੇ ਆ, ਤੇ ਲੋਕ ਜੇ ਨਵਾਂ ਕੋਈ ਆਉਣਾ ਹੋਵੇ, ਪ੍ਰਾਹੁਣਾ ਕੋਈ ਪਹਿਲੀ ਵਾਰੀ ਆਉਣਾ ਹੋਵੇ, ਕੋਈ ਨਵਾਂ ਵਿਆਹ ਕਿਸੇ ਜੋੜੇ ਨੇ, ਕਿਸੇ ਨਵੇਂ ਰਿਸ਼ਤੇਦਾਰ ਦੇ ਹੁਸ਼ਿਆਰਪੁਰ ਆਉਣਾ ਹੋਵੇ, ਤਾਂ ਉਹ ਤਾਂ ਪਤਾ ਵੀ ਹੁਣ ਇਹ ਸਮਝਾਉਣ ਲੱਗਦੇ ਵੀ ਜਲੰਧਰ ਵਾਲੇ ਉਹ ਪਾਸਿਓਂ ਆ ਕੇ ਤੁਸੀਂ ਸ਼ਹਿਰ ਟੱਪ ਜਾਣਾ, ਫਿਰ ਇੱਕ ਚੋ ਆਉਣਾ ਜਿੱਥੇ ਬਹੁਤ ਸਾਰਾ ਕੂੜਾ, ਤੇ ਤੁਹਾਨੂੰ ਜਦੋਂ ਗੰਦੀ ਜੀ ਬਦਬੂ ਆ ਜਾਊਗੀ ਤੁਸੀਂ ਸਮਝ ਲਿਓ ਵੀ ਉੱਥੋਂ ਇੰਨੇ ਕਿਲੋਮੀਟਰ ਆਇਆ ਨੂੰ ਤੇ ਆਉਣ ਹੋ ਜਾਣਾ। ਭੰਗੀ ਚੋ ਦੀ ਗੰਦਗੀ ਵੀ ਹੁਣ ਜਿਹੜੀ ਆ ਪਛਾਣ ਬਣਦੀ ਜਾ ਰਹੀ ਹੈ। ਦੇਖੋ, ਬਹੁਤ ਸਾਰਾ ਪੈਸਾ ਜਿਹੜਾ ਹੈਗਾ ਉਹ ਜਾਂ ਸਰਕਾਰਾਂ ਸਮੇਂ ਦੀਆਂ ਇਹ ਕਰਦੀਆਂ, ਫੰਡਿੰਗ ਵੀ ਕਰਦੀਆਂ ਵੀ ਇਹ ਜੀ ਅਸੀਂ ਜਿੱਦਾਂ ਲੁਧਿਆਣੇ ਵਾਲਾ ਨਾਲਾ ਜੀ ਉਹਨੂੰ ਸਾਫ਼ ਕਰਨਾ, ਉੱਥੇ ਅਰਬਾਂ ਕਰੋੜਾਂ ਰੁਪਈਆ ਪਹਿਲਾਂ ਦਿੱਤਾ। ਤੇ ਇਸੇ ਤਰ੍ਹਾਂ ਹੀ ਹੁਣ ਸਾਡੇ ਹੁਸ਼ਿਆਰਪੁਰ ਦੇ ਵਿੱਚ ਜਦੋਂ ਪਤਾ ਹੈ ਵੀ ਚੋ ਜਿਹੜੀ ਇੱਕ ਪੁਰਾਣਾ ਹੈਗਾ, ਇੱਥੋਂ ਚੱਲਦਾ ਸਾਰਾ ਸਿਸਟਮ, ਜੇ ਗੰਦਗੀ ਦਾ ਸਾਰਾ ਢੇਰ ਉੱਥੇ ਲਾਉਣਾ ਹੈ, ਜਿੰਨਾ ਸੀਵਰੇਜ ਦਾ ਸਾਡਾ ਹੈਗਾ ਉਹ ਗੰਦ ਉੱਥੇ ਪਾਉਣਾ ਹੈ, ਤੇ ਉਹ ਕੁਦਰਤੀ ਤੌਰ 'ਤੇ ਜਾਣਾ ਤਾਂ ਫਿਰ ਧਰਤੀ 'ਚ ਹੀ ਹੈ ਨਾ। ਉਸ ਚੀਜ਼ ਨੂੰ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਸਾਡਾ ਪਾਣੀ ਪੋਲਿਊਟਡ ਹੋ ਰਿਹਾ, ਇੱਕ ਪਾਸੇ ਕਹਿ ਰਹੇ ਹਾਂ ਸਾਡੀ ਏਅਰ ਪੋਲਿਊਟਡ ਹੋ ਰਹੀ ਆ। ਜਿੰਨੀ ਗੰਦਗੀ ਆ, ਹੁਣ ਇਹ ਗੰਦਗੀ ਦੇ ਵਧਣ ਦਾ ਕਾਰਨ ਫਿਰ ਪਲਾਸਟਿਕ ਵੀ ਹੈ। ਪਲਾਸਟਿਕ ਵੱਲ ਰੋਜ਼ ਬਿਆਨ ਦੇ ਦਿੰਦੇ ਆ ਵੀ ਅਸੀਂ ਜੀ ਬੰਦ ਕਰਾਂਗੇ, ਜੀ ਅਸੀਂ ਬੰਦ ਕਰਾਂਗੇ। ਜਿੱਥੋਂ ਫੈਕਟਰੀਆਂ 'ਚੋਂ ਬਣ ਰਿਹਾ ਉੱਥੇ ਕੋਈ ਬੰਦ ਨਹੀਂ ਕਰ ਰਿਹਾ। ਉਹ ਲਿਫਾਫੇ ਆ ਰਹੇ ਆ। ਮੈਂ ਪਰਸੋਂ ਫੈਕਟਰੀ 'ਚ ਬਣ ਵੀ ਰਹੇ ਆ ਸਣੀ ਸਾਹਿਬ, ਬਿਲਕੁਲ ਫੈਕਟਰੀ 'ਚ ਰਾ ਮਟੀਰੀਅਲ ਵੀ ਆ ਰਿਹਾ, ਫੈਕਟਰੀ ਦੇ ਨਾਲ ਚੱਲ ਵੀ ਰਹੀ ਹੈ ਪਲਾਸਟਿਕ ਬਣਾਉਣ ਵਾਲੀ, ਫਿਰ ਫੈਕਟਰੀ 'ਚ ਮਾਲ ਬਣ ਕੇ ਉਹ ਟਰਾਂਸਪੋਰਟ ਹੋ ਕੇ ਪੂਰੇ ਪੰਜਾਬ ਦੇ ਵਿੱਚ ਆ ਰਿਹਾ, ਫਿਰ ਜਿਹੜੇ ਹੋਲਸੇਲਰ ਆ, ਡਿਸਟਰੀਬਿਊਟਰ ਆ, ਉਹ ਵੀ ਵੇਚ ਰਹੇ ਆ, ਤੇ ਚਲਾਨ ਕਿਹਦਾ ਹੋ ਰਿਹਾ? ਇੱਕ ਰੇਹੜੀ ਵਾਲੇ ਦਾ, ਜਿਹੜਾ ਵਿਚਾਰਾ 2000 ਦੇ ਕੇਲੇ ਲਿਆ ਕੇ ਵੇਚਣ ਡਿਆ। ਮੈਂ ਬਦਲਾਅ ਫਿਰ ਕਿੱਥੇ ਰਹਿ ਗਿਆ? ਇੱਕ ਦਿਨ ਮੈਂ ਮੰਡੀ 'ਚ ਗਿਆ ਸੀ ਤੇ ਮੈਂ ਉੱਥੇ ਕਵਰੇਜ ਵੀ ਕੀਤੀ ਸੀ, ਤੇ ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਵੀ ਇਹ ਤੁਸੀਂ ਲਿਫਾਫੇ ਅਜੇ ਵੀ ਵੇਚੀ ਜਾਂਦੇ ਯਾਰ? ਕਹਿੰਦੇ ਜੀ ਪਿੱਛੋਂ ਕਿਹੜਾ ਫੈਕਟਰੀਆਂ ਬੰਦ ਹੋ ਗਈਆਂ, ਨਾਲੇ ਲੋਕ ਲੈ ਕੇ ਨਹੀਂ ਆਉਂਦੇ, ਸਾਨੂੰ ਦੇਣਾ ਪੈਂਦਾ, ਜੇ ਅਸੀਂ ਦਿੰਦੇ ਨਹੀਂ ਸਾਡੀ ਸੇਲ ਘਟਦੀ ਹੈ। ਇਸੇ ਤਰ੍ਹਾਂ ਮੈਂ ਸਬਜ਼ੀ ਮੰਡੀ 'ਚ ਗਿਆ, ਉੱਥੇ ਜਿਹੜੇ 20-20 ਕਿਲੋ ਦੇ ਲਿਫਾਫੇ ਆ, ਉਹਨਾਂ 'ਚ ਗੋਭੀ ਦੇ ਪੈਕ ਕੀਤੇ ਪਏ। ਉੱਥੇ ਸਾਡੇ ਇੰਸਪੈਕਟਰ ਸਾਹਿਬ ਗਏ ਹੋਏ, ਤੇ ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਤੁਸੀਂ ਕਰ ਰਹੇ ਹੋ? ਉਹ ਰੇਹੜੀਆਂ ਤੋਂ ਤੁਹਾਡੇ ਕਹਿਣ ਕੋਈ ਰੇਹੜੀਆਂ ਤੋਂ ਜਿਹੜੇ ਲਿਫਾਫੇ ਉਹ ਚੱਕ ਰਹੇ ਸੀ। ਲੋਕਾਂ ਦਾ ਇਹ ਵੀ ਸਵਾਲ ਹੁੰਦਾ ਸੈਣੀ ਸਾਹਿਬ ਕਿ ਠੀਕ ਹੈ ਪਲਾਸਟਿਕ ਮਾੜਾ, ਅਸੀਂ ਵੀ ਕਹਿੰਦੇ ਹਾਂ ਇਹਦਾ ਕੋਈ ਬਦਲ ਚੰਗਾ ਆਉਣਾ ਚਾਹੀਦਾ, ਕਿ ਜਿਹੜਾ ਕਿ ਸਾਡਾ ਵਾਤਾਵਰਨ ਆ ਜਿਹੜਾ ਉਹਦਾ ਸ਼ੁੱਧੀਕਰਨ ਇੱਕ ਵਾਰੀ ਦੁਬਾਰਾ ਤੋਂ ਹੋ ਸਕੇ, ਤਾਂ ਪਲਾਸਟਿਕ ਜਿਹੜਾ ਪੂਰਨ ਰੂਪ 'ਚ ਖਤਮ ਹੋ ਸਕੇ। ਪਰ ਵੱਡੀਆਂ ਕੰਪਨੀਆਂ ਦੇ ਜਿਹੜੇ ਚਿਪਸ, ਬਿਸਕਿਟ, ਰਸ, ਅਨੇਕਾਂ ਹਜ਼ਾਰਾਂ ਲੱਖਾਂ ਤਰ੍ਹਾਂ ਦਾ ਪ੍ਰੋਡਕਟਸ ਜਿਹੜਾ ਹੈ, ਗਰੋਸਰੀ ਸਟੋਰ, ਮਾਲ ਭਰੇ ਆ, ਪਲਾਸਟਿਕ ਕਿੱਦਾਂ ਖਤਮ ਕਰੇਗੀ ਸਰਕਾਰ? ਦੇਖੋ, ਤੇ ਉਹਨਾਂ ਦੇ ਚਲਾਨ ਕਿਉਂ ਨਹੀਂ? ਜਿੱਥੋਂ ਤੱਕ ਤਾਂ ਸਾਡੇ ਨਿਗਾਹ 'ਚ ਆਉਂਦਾ ਇਹ ਤਾਂ ਠੀਕ ਆ। ਹੁਣ ਜਿਹੜੀ ਵੀ ਪੈਕਿੰਗ ਆ ਰਹੀ, ਦੁੱਧ ਦੀ ਪੈਕਿੰਗ ਆ, ਉਹ ਵੀ ਪਲਾਸਟਿਕ 'ਚ ਆ। ਜਦੋਂ ਕਿ ਅਸੀਂ ਇੱਕ ਪਾਸੇ ਤਾਂ ਕਹਿੰਦੇ ਪਲਾਸਟਿਕ ਬੜਾ ਖਤਰਨਾਕ ਹੈ। ਸਰਕਾਰ ਕੋਲ ਕੋਈ ਠੋਸ ਪਾਲਿਸੀ ਹੈ ਨਹੀਂ ਹੈ, ਚਾਹੇ ਪੁਰਾਣੀਆਂ ਸਰਕਾਰਾਂ ਚਾਹੇ ਨਵੀਂ ਸਰਕਾਰੀ ਹੈ, ਕੰਨਾਂ 'ਚ ਟੱਕਰਾਂ ਮਾਰਨ ਵਾਲੀ ਗੱਲ ਕਹਿੰਦੇ ਸਣੀ ਸਾਹਿਬ ਵੀ ਕੋਈ ਠੋਸ ਹੱਲ ਨਹੀਂ, ਤੇ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਕਿਤੇ ਨਾ ਕਿਤੇ ਧਿਆਨ ਵੀ ਜਿਹੜਾ ਭਟਕ ਰਿਹਾ ਜਾਂ ਭਟਕਾਇਆ ਜਾ ਰਿਹਾ, ਕਿਉਂਕਿ ਮੁੱਦਾ ਤਾਂ ਹੈ ਪਰ ਉਹਦਾ ਠੋਸ ਹੱਲ ਵੀ ਤਾਂ ਕੀਤਾ ਜਾਵੇ। ਕਦੀ ਥੋੜੀ ਜਿਹੀ ਢਿੱਲ ਹੋ ਜਾਂਦੀ ਆ, ਕਦੇ ਸਖਤੀ ਹੋ ਜਾਂਦੀ ਹੈ, ਕਦੇ ਚਲਾਨ ਹੋਣੇ ਸ਼ੁਰੂ। ਇਸ ਕਰਕੇ ਥੱਲੜੇ ਲੈਵਲ 'ਤੇ ਅਜੇ ਕੋਈ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਆਈ ਹੈਗੀ। ਪਰ ਉੱਪਰ ਸਰਕਾਰ ਨੂੰ ਅਜੇ, ਕਿਉਂਕਿ ਉਹਨਾਂ ਨੇ, ਮੈਂ ਪਹਿਲਾਂ ਵੀ ਦੱਸਿਆ ਵੀ ਸਰਕਾਰੀ ਹਸਪਤਾਲ ਵੀ ਤੁਸੀਂ IAS ਲੌਬੀ ਕਿਹਨਾਂ ਦੀ ਸੈਟਲ ਕੀਤੀ ਹੋਈ, ਜਾਂ ਕਾਂਗਰਸ ਦੀ, ਜਾਂ ਅਕਾਲੀਆਂ ਦੀ, ਜਾਂ BJP ਦੀ, ਉਹ ਸਿਸਟਮ 'ਚ ਉਹ ਵੀ ਨਿਕਲਣ ਲੱਗਿਆ ਟਾਈਮ ਲਾਉਣਗੇ।
ਹੁਣ 2-4 ਕਾਂ ਮਾਰ ਕੇ ਟੰਗੇ ਹੋਣ ਫਿਰ ਛੇਤੀ ਸੁੱਧ ਸਕਦੇ ਆ, ਪਰ ਇੱਦਾਂ ਹੱਥ ਨਹੀਂ ਪੈ ਸਕਦਾ ਕਿਉਂਕਿ ਲੋਬੀ ਇੱਕ ਮੁੱਠ ਹੋ ਜਾਣੀ ਆ, ਉਹਨਾਂ ਨੇ ਜਥੇਬੰਦਕ ਆਪਣੇ ਆਪ ਨੂੰ ਲੈ ਜਾਣਾ, ਉੱਥੇ ਕਈ ਤਰ੍ਹਾਂ ਦੀਆਂ ਹੋਰ ਪਚੀਦਗੀਆਂ ਜਾਣੀਆਂ। ਸੋ ਹਾਲੇ ਤੱਕ ਵਿਕਾਸ ਤੇ ਬਦਲਾਅ ਜਿਹੜਾ ਉਹ ਅਖਬਾਰਾਂ ਦੇ ਬਿਆਨਾਂ ਤੱਕ ਸੀਮਤ ਹੈ। ਉਮੀਦਾਂ ਜ਼ਰੂਰ ਨੇ ਲੋਕਾਂ ਨੂੰ, ਕਿਉਂਕਿ ਲੋਕ ਬੜੇ ਦੁਖੀ ਨੇ ਲੋਕਾਂ ਦੇ ਜਿਹੜੇ ਭ੍ਰਿਸ਼ਟਾਚਾਰ ਦੇ। ਜੇ ਬਿਊਰੋਕਰੇਟ ਸਰਕਾਰ ਦਾ ਸਾਥ ਦੇ ਜਾਣ, ਸੱਚਮੁੱਚ ਉਹ ਵੀ ਸਮਝਣ ਵੀ ਅਸੀਂ ਪੰਜਾਬ ਦੇ ਵਾਸੀ ਹਾਂ, ਹੀ ਪੰਜਾਬ ਦੇ ਸੁਧਾਰਨ ਦਾ ਸਾਡਾ ਵੀ ਜ਼ਿੰਮਾ ਉਨਾ ਹੀ ਬਣਦਾ, ਤਾਂ ਫਿਰ ਬਦਲਾਅ ਆਉਣ 'ਚ ਕੋਈ ਕਸਰ ਬਾਕੀ ਨਹੀਂ ਰਹਿ ਸਕਦੀ। ਮੈਂ ਸਮਝਦਾ ਫਿਰ ਬਦਲਾਅ ਆ ਸਕਦਾ ਜੀ। ਜਾਂਦੇ ਜਾਂਦੇ ਤੁਸੀਂ ਸੀਨੀਅਰ ਪੱਤਰਕਾਰ ਵੀ ਹੋ, ਤੇ ਸ਼ਹਿਰ ਦੇ ਜ਼ਿਲ੍ਹੇ ਦੇ ਤੇ ਸ਼ਹਿਰ ਦਾ ਸਰਕਾਰੀ ਹਸਪਤਾਲ ਹੈ, ਕਿਤੇ ਗੇੜਾ ਗੂੜਾ ਲਗਾਇਆ ਹੋਣਾ, ਕੀ ਹਾਲਾਤ ਨੇ? ਦੇਖੋ ਹਸਪਤਾਲਾਂ ਵਿੱਚ ਵੀ ਅਜੇ ਠੀਕ ਆ, ਉਹ ਕਹੀ ਦੀ ਜਾਂਦੇ ਅਸੀਂ 100 ਜਿਹੜਾ ਹੈਗਾ ਉਹ ਦੇ ਵੱਲੋਂ ਮੁਹੱਲਾ ਕਲੀਨਿਕ ਹੁਣ 100 ਖੋਲ ਦਿੱਤੇ ਆ, ਲੇਕਿਨ ਉੱਥੇ ਫਿਰ ਉਹੀ ਗੱਲ ਆਉਣੀ ਆ ਵੀ ਸਟਾਫ ਨਹੀਂ ਹੋਣਾ। 100 ਮੁਹੱਲਾ ਕਲੀਨਿਕ ਮੈਂ ਤੁਹਾਡੀ ਗੱਲ ਟੋਕ ਰਿਹਾ, ਮਾਫੀ ਚਾਹੁੰਦਾ। ਮੁਹੱਲਾ ਕਲੀਨਿਕ ਖੋਲ ਦਿੱਤੇ ਗਏ, ਬਹੁਤ ਚੰਗੀ ਗੱਲ ਹੈ, ਚੰਗਾ ਸੁਨੇਹਾ ਸਰਕਾਰ ਨੇ ਪਹਿਲ ਕਦਮੀ ਚੰਗੀ ਕੀਤੀ। ਪਰ ਖੰਘ ਤੇ ਦਰਦਾਂ ਦੀਆਂ ਦਵਾਈਆਂ ਜਾਂ ਕਹਿ ਲਈਏ ਕਿ ਛੋਟੇ ਬਿਮਾਰੀਆਂ ਦਾ ਇਲਾਜ ਤਾਂ ਉੱਥੇ ਸੰਭਵ ਹੈ, ਕੋਈ ਗੋਲੀ ਦਵਾ ਉੱਥੋਂ ਦਿੱਤੀ ਜਾ ਸਕਦੀ, ਟੀਕਾ ਲੱਗ ਸਕਦਾ, ਪਰ ਅੱਜ ਕੱਲ੍ਹ ਹਰ ਘਰ ਦੇ ਵਿੱਚ ਗੰਭੀਰ ਬਿਮਾਰੀ ਜਿਹੜੀ ਆ ਉਹ ਵੜ ਚੁੱਕੀ ਹੈ, ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ। ਤੇ ਜਿਹੜੇ ਲੋਕ ਟੈਸਟ ਨਹੀਂ ਕਰਵਾਉਂਦੇ, ਜਦੋਂ ਬਿਮਾਰੀ ਵੱਧ ਕੇ ਬਾਹਰ ਨਿਕਲਦੀ ਟੈਸਟ ਕਰਵਾਉਂਦੇ ਤਾਂ ਉਦੋਂ ਨੂੰ ਹਾਲਾਤ ਵਿਗੜ ਚੁੱਕੇ ਹੁੰਦੇ ਨੇ। ਅੱਜ ਕੱਲ੍ਹ ਗੁਰਦਿਆਂ ਦੇ, ਲੀਵਰ ਦੇ, ਲੰਗਸ ਦੇ, ਛਾਤੀ ਦੇ ਬਹੁਤ ਸਾਰੇ ਭਿਆਨਕ ਰੋਗ ਜਿਹੜੇ ਲੋਕਾਂ ਨੂੰ ਘੇਰੇ ਨੇ। ਪ੍ਰਦੂਸ਼ਿਤ ਖਾਣ ਪੀਣ ਕਰਕੇ ਜਿਹੜਾ ਕੈਂਸਰ ਵਰਗੀਆਂ ਜਿਹੜੀਆਂ ਕਾਲੇ ਪੀਲੇ ਵਰਗੀਆਂ ਅਲਾਮਤਾਂ ਉਹ ਆਮ ਜਿਹੀਆਂ ਹੋ ਗਈਆਂ, ਤੇ ਉਹਦੇ ਡਾਕਟਰ ਤਾਂ ਸਾਡੇ ਜ਼ਿਲ੍ਹੇ ਦੇ ਹਸਪਤਾਲ ਦੇ ਵਿੱਚ ਹੀ ਮੌਜੂਦ ਨਹੀਂ, ਤਾਂ ਮੁਹੱਲਾ ਕਲੀਨਿਕ 'ਚ ਇਲਾਜ ਕਿਵੇਂ ਸੰਭਵ? ਜਾਣਾ ਤਾਂ ਫਿਰ ਚੰਡੀਗੜ੍ਹ ਪੈਣਾ, ਜਾਣਾ ਫਿਰ ਦਿੱਲੀ ਪੈਣਾ, ਮੁਹੱਲਾ ਕਲੀਨਿਕ ਹੱਲ ਕਿਵੇਂ ਹੋ ਗਿਆ? ਦੇਖੋ ਮੈਂ ਤਾਂ ਪਹਿਲਾਂ ਤੁਹਾਨੂੰ ਇਹ ਗੱਲ ਕਹੀ ਆ ਵੀ ਮੁਹੱਲਾ ਕਲੀਨਿਕ ਦੇ ਵਿੱਚ ਇੱਕ ਡਾਕਟਰ ਹੋਏਗਾ ਵੱਧ ਤੋਂ ਵੱਧ, ਬਹੁਤੀ ਅੱਬਲ ਤਾਂ ਡਾਕਟਰ ਵੀ ਹੈ ਨਹੀਂ, ਤੇ ਜੇ ਹੋਏਗਾ ਤਾਂ ਉਹ ਡਾਕਟਰ ਇੱਕ ਹੋਏਗਾ, ਉੱਥੇ ਇੱਕ ਅੱਧਾ ਨਰਸ ਹੋਏਗੀ। ਉਹ ਜਿਹੜੇ ਥੋੜ੍ਹਾ ਸਟਾਫ ਹੈਗਾ ਉਹ ਪ੍ਰੋਪਰ ਟਰੀਟ ਨਹੀਂ ਕਰ ਸਕੇਗਾ। ਹੁਣ ਨਾ ਤਾਂ ਉੱਥੇ ਲੈਬੋਰਟਰੀ ਹੋਣੀ ਹੈ, ਜੇ ਲੈਬੋਰਟਰੀ ਹੋਈ ਤਾਂ ਸੈਂਪਲ ਲੈਣਾ ਕਿਤੇ ਹੋਰ ਭੇਜਣਗੇ, ਟਾਈਮ ਵੀ ਲੱਗੇਗਾ, ਲੋਕਾਂ ਨੂੰ ਇੱਕਦਮ ਰਾਹਤ ਨਹੀਂ ਮਿਲੇਗੀ। ਹਾਂ ਠੀਕ ਹੈ, ਲੋਕਾਂ ਨੂੰ ਇਉਂ ਦੱਸ ਦਿੱਤਾ ਵੀ ਅਸੀਂ ਜੀ ਮੁਹੱਲਾ ਕਲੀਨਿਕ ਖੋਲ੍ਹਤੇ ਆ, ਜੇ ਏਡੀ ਛੇਤੀ ਉੱਥੇ ਕੁਛ ਨਹੀਂ ਵਾਪਰਨ ਵਾਲਾ। ਜਿੱਥੋਂ ਤੱਕ ਪੁਰਾਣੇ ਹੌਸਪੀਟਲਾਂ ਦਾ ਕੰਮ ਹੈ, ਮੈਂ ਕਹਿੰਦਾ ਵੀ ਮੁਹੱਲਾ ਕਲੀਨਿਕਾਂ ਨਾਲੋਂ ਜੇ ਕਿਤੇ ਪੁਰਾਣਾ ਸਿਸਟਮ ਸਾਡਾ ਠੀਕ ਕਰ ਲਿਆ ਜਾਵੇ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ। ਸਾਡੇ ਪੰਜਾਬ ਵਿੱਚ ਟੋਟਲ 112 ITIs ਨੇ, ਜਿਹੜੀਆਂ 112 ITIs ਹੈਗੀਆਂ ਉਹਨਾਂ ਨੂੰ ਕਿਤੇ ਰੈਨੋਵੇਟ ਨਹੀਂ ਕੀਤਾ। ਹੁਣ ਉਹਦੇ ਵਿੱਚੋਂ ਦੇਖਣ ਵਾਲੀ ਗੱਲ ਇਹ ਆ ਵੀ ਨਵੀਆਂ ਖੋਲ੍ਹਤੀਆਂ, ਜਿਹੜੀਆਂ ਨਵੇਂ ਕੋਰਸ ਲਿਆਤੇ, ਨੋ ਡਾਊਟ ਵੀ ਕੋਰਸ ਆਉਣੇ ਚਾਹੀਦੇ ਨਵੇਂ, ਉਹਨਾਂ 'ਤੇ ਫੰਡਿੰਗ ਇੰਨੀ ਲਾਤੀ ਵੀ ਉਹ ਜਿਹੜੀਆਂ ਪੁਰਾਣੀਆਂ ਉਹ ਐਜ਼ ਇਟ ਖੜੀਆਂ, ਉਹ ਢੱਠਣ ਦੇ ਕਗਾਰ 'ਤੇ ਨੇ। ਲੇਕਿਨ ਨਵੀਆਂ ਜਿਹੜੀਆਂ ਹੈਗੀਆਂ ਉੱਥੇ ਵਿੱਚ ਨਾ ਨਵਾਂ ਮਟੀਰੀਅਲ ਆਇਆ, ਨਾ ਹੀ ਨਵਾਂ ਸਟਾਫ ਆਇਆ। ਉਹ ਜਿਹੜੇ ਆਏ ਉਹ ਆਪਾਂ ਇਹ ਕਹਿ ਸਕਦੇ ਉਹਨੂੰ ਵੀ ਉਹ ਅਨਕੁਆਲੀਫਾਈਡ ਆਏ, ਡਿਗਰੀ ਹੋਲਡਰ ਸਿੱਧੇ ਲੈਂਦੇ, ਜੋ ਉਹਨਾਂ ਦੇ ਸਿਲੇਬਸ ਮੁਤਾਬਕ ਜਾਂ DGT ਦੇ ਰੂਲਾਂ ਮੁਤਾਬਕ ਸੀਗਾ ਉਹ ਪ੍ਰੋਪਰ ਨਹੀਂ ਆਏ। ਲੇਕਿਨ ਉਹ ਕਿਉਂਕਿ ਆਏ ਸੀ ਭ੍ਰਿਸ਼ਟਾਚਾਰ ਦੇ ਨਾਲ, ਤੇ ਉਹਨਾਂ ਨੂੰ ਚੱਕ ਕੇ ਐਜ਼ ਇਟ ਇਜ਼ ਉਹ ਵਿੱਚ ਸ਼ਮੂਲੀਅਤ ਕਰਤੀ। ਹੁਣ ਉਹਨਾਂ ਦੇ ਕੇਸ ਹੋ ਗਏ, ਉਹੋ ਹੀ ਸਾਰਾ ਕੁਝ ਭ੍ਰਿਸ਼ਟਾਚਾਰ ਦੀ ਦਲਦਲ 'ਚੋਂ ਫਸਿਆ ਸਾਡਾ ਸਾਰਾ ਹੀ ਮਹਿਕਮਾ ਵਿਜੀਲੈਂਸ ਦੀ ਇਨਕੁਆਰੀ ਭੁਗਤ ਰਿਹਾ। ਉਹਦੇ ਵਿੱਚ 6 ਸਾਡੇ ਅਫਸਰ ਇਨਵੋਲਵ ਨੇ, ਔਰ 6-6 ਲੱਖ ਰੁਪਈਏ ਦੀ ਗੱਲ ਇਹ ਆ ਗਈ ਹੈ ਸਾਹਮਣੇ ਵੀ 6-6 ਲੱਖ ਰੁਪਈਆ ਬੰਦਿਆਂ ਤੋਂ ਲਿਆ। 4 ਬੰਦੇ ਇੱਦਾਂ ਦੇ ਜਿਨ੍ਹਾਂ ਨੇ ਨਾ ਅਪਲਾਈ ਕੀਤਾ, ਨਾ ਉਹਨਾਂ ਨੇ ਇੰਟਰਵਿਊ ਦਿੱਤੀ, ਨਾ ਉਹਨਾਂ ਨੇ ਟੈਸਟ ਦਿੱਤਾ, ਤੇ ਉਹ ਬੰਦੇ ਸਿਲੈਕਟ, ਬਲਕਿ ਨੌਕਰੀ ਕਰਦੇ। ਹੁਣ ਉਹਨਾਂ ਨੂੰ ਟਰਮੀਨੇਟ ਕਰਨਾ ਪਿਆ ਮਹਿਕਮੇ ਨੂੰ। ਸੋ ਇਹ ਸਾਰਾ ਸਿਸਟਮ ਜਿਹੜਾ ਹੈ, ਇਹ ਸਾਰੇ ਸਿਸਟਮ ਦੀ ਭ੍ਰਿਸ਼ਟਾਚਾਰ ਕਰਕੇ ਹੀ ਸਾਰਾ ਕੁਝ ਥੱਲੇ ਤੱਕ ਆਉਂਦਾ। ਇੱਕ ਸੈਣੀ ਸਾਹਿਬ ਸਵਾਲ ਜ਼ਿਹਨ ਦੇ ਵਿੱਚ ਆ ਗਿਆ, ਸਮਾਂ ਕਾਫੀ ਹੋ ਗਿਆ, ਪ੍ਰੋਗਰਾਮ ਸਾਡਾ ਲੰਬਾ ਹੋ ਗਿਆ, ਤੁਹਾਡਾ ਸਮਾਂ ਵੀ ਅਸੀਂ ਕਾਫੀ ਲੈ ਲਿਆ। ਜਾਂਦੇ ਜਾਂਦੇ ਜਿਹੜੇ ਲੋਕਾਂ ਨੇ ਪੜ੍ਹਾਈ ਕੀਤੀ ਸੀ ਪਿਛਲੀਆਂ ਸਰਕਾਰਾਂ ਦੇ ਸਮੇਂ, ਕਿਸੇ ਨੇ ਕੋਈ ਸਿੱਖਿਆ ਦੇ ਖੇਤਰ ਦੇ ਵਿੱਚ ਆਉਣ ਦੇ ਲਈ ਕੀਤੀ, ਕਿਸੇ ਨੇ ਕਿਸੇ ਹੋਰ ਖੇਤਰ ਦੇ ਵਿੱਚ ਆਉਣ ਦੇ ਲਈ ਕੀਤੀ, ਵੈਕੈਂਸੀਜ਼ ਨਹੀਂ ਨਿਕਲੀਆਂ, ਨੌਕਰੀਆਂ ਉਡੀਕਦੇ ਜਿਹੜੀ ਉਹਨਾਂ ਦੀ ਉਮਰ 32 ਸਾਲ 35 ਸਾਲ 40 ਸਾਲ ਹੋ ਗਈ। ਸਰਕਾਰਾਂ ਦੇ ਕੋਲ ਉਹਨਾਂ ਦੇ ਲਈ ਕੀ ਪਾਲਿਸੀਆਂ ਨੇ? ਅੱਜ ਉਹ ਬਹੁਤ ਸਾਰੇ ਲੋਕ, ਮੈਂ ਨਿੱਜੀ ਤੌਰ ਦੇ ਉੱਤੇ ਜਾਣਦਾ, ਮੇਰੇ ਮਿੱਤਰ ਨੇ, ਉਹਨਾਂ ਦੀ ਜਿਹੜੀ ਸਿਸਟਰ ਹੈ
ਉਹ ਚੁੱਪ ਚਪੀਤੇ ਘਰ ਬੈਠੀ ਰਹਿੰਦੀ ਹੈ, ਕਿਉਂਕਿ ਉਹਦਾ ਸੁਪਨਾ ਸੀਗਾ ਮੈਡੀਕਲ ਖੇਤਰ ਦੇ ਵਿੱਚ ਆਉਣ ਦਾ। ਤੇ ਅੱਜ ਜਿਹੜਾ ਹੈਗਾ ਆ ਉਹਨੂੰ ਨੌਕਰੀ ਨਾ ਮਿਲਣ ਕਰਕੇ ਉਹਦਾ ਵਿਆਹ ਵੀ ਨਹੀਂ ਹੋਇਆ, ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ। ਤਕਰੀਬਨ ਉਮਰ ਉਹਦੀ 38 ਕੁ ਸਾਲ ਦੀ ਜਾਂ 40 ਕੁ ਸਾਲ ਦੇ ਕਰੀਬ ਹੋਵੇਗੀ। ਉਹ ਸਾਰਾ ਦਿਨ ਚੁੱਪ ਕਰਕੇ ਬੈਠੀ ਰਹਿੰਦੀ, ਸਿਰਫ ਰੋਟੀ ਖਾਣ ਉੱਠਦੀ ਹੈ, ਕਿਸੇ ਨਾਲ ਗੱਲਬਾਤ ਨਹੀਂ ਕਰਦੀ। ਉਹਨਾਂ ਲੋਕਾਂ ਦੇ ਲਈ ਸਰਕਾਰਾਂ ਦੇ ਕੋਲ ਕੀ ਪਾਲਿਸੀਆਂ ਨੇ? ਨਵੀਆਂ ਸਰਕਾਰਾਂ ਨੂੰ ਕਿਉਂ ਨਹੀਂ ਕੋਈ ਵੀ ਸਰਕਾਰ ਉਹਨਾਂ ਬਾਰੇ ਸੋਚਦੀ? ਸਰਕਾਰਾਂ ਸੁਹਿਰਦ ਨਹੀਂ ਹਨ, ਚਾਹੇ ਉਹ ਸੈਂਟਰ ਦੀ ਸਰਕਾਰ ਆ ਚਾਹੇ ਉਹ ਸਟੇਟ ਦੀ ਸਰਕਾਰ ਆ। ਹੁਣ ਮੋਦੀ ਸਾਹਿਬ ਨੇ ਵੀ ਤਾਂ ਇਹ ਗੱਲ ਕਹੀ ਸੀ ਨਾ, ਮੈਂ 1 ਕਰੋੜ ਬੰਦੇ ਨੂੰ 1 ਸਾਲ 'ਚ ਦਿਆਂਗਾ ਨੌਕਰੀ। ਹੁਣ ਉਹ 5 ਸਾਲ ਪਹਿਲੇ ਤੇ ਆ 2 ਸਾਲ ਹੋਣ ਵਾਲੇ, 7 ਸਾਲ ਹੋ ਗਏ। 7 ਕਰੋੜ ਬੰਦੇ ਨੂੰ ਨੌਕਰੀ ਮਿਲਣੀ ਚਾਹੀਦੀ ਸੀ, ਲੇਕਿਨ ਉੱਥੇ 7000 ਨੂੰ ਵੀ ਨਹੀਂ ਦਿੱਤੀ ਗਈ। ਪਰ ਬਾਅਦ ਵਿੱਚ ਉਹ ਕਹਿਣ ਲੱਗੇ ਪਕੌੜੇ ਤਲਣਾ ਵੀ ਰੁਜ਼ਗਾਰ ਹੈ। ਹੁਣ ਜਿਹੜੀ ਇੱਦਾਂ ਦੇ ਹਾਸੋਹੀਣੀ ਵਾਲੇ ਜਿਹੜੇ ਉਹ ਬਿਆਨ ਦੇਣ। ਤੁਹਾਡੀ ਗੱਲ ਮੈਨੂੰ ਠੀਕ ਲੱਗੀ ਸੈਣੀ ਸਾਹਿਬ ਕਿ ਸਰਕਾਰਾਂ ਸੁਹਿਰਦ ਨਹੀਂ, ਤੇ ਸਰਕਾਰਾਂ ਨੂੰ ਹੇਠਲੇ ਪੱਧਰ ਤੇ ਰਹਿੰਦੇ ਲੋਕਾਂ ਨੂੰ ਲੋਕ ਸਿਰਫ ਵੋਟ ਬੈਂਕ ਨਜ਼ਰ ਆਉਂਦੇ ਨੇ ਕਿ ਵੋਟਾਂ ਵੇਲੇ ਇਹਨਾਂ ਨੂੰ ਅਸੀਂ ਕੋਈ ਲਾਲਚ ਦੇ ਲਵਾਂਗੇ, ਵੋਟਾਂ ਲੈ ਲਵਾਂਗੇ। ਬਾਕੀ ਹਸਪਤਾਲਾਂ 'ਚ ਲੋਕ ਬਿਮਾਰੀਆਂ ਨਾਲ ਮਰ ਰਹੇ ਨੇ, ਬੇਰੁਜ਼ਗਾਰੀ ਨਾਲ ਲੋਕ ਮਾਨਸਿਕ ਤਣਾਅ ਦੇ ਵਿੱਚ ਨੌਜਵਾਨੀ ਜਾ ਰਹੀ ਆ। ਵਿਦੇਸ਼ ਪਲਾਇਨ ਜਿਹੜੀ ਆ 3 ਲੱਖ ਦੇ ਕਰੀਬ ਇੱਕ ਸਰਵੇ ਦੇ ਮੁਤਾਬਕ ਜਿਹੜਾ ਬੱਚੇ ਜਾਂ ਲੋਕ ਜਿਹੜੇ ਆ ਉਹ ਦੇਸ਼ ਛੱਡ ਕੇ ਜਾ ਰਹੇ ਨੇ। ਸੋ ਇਸ ਕਰਕੇ ਮਤਲਬ ਜਿੰਨੇ ਵੀ ਧਰਮ ਹੈਗੇ, ਜਿਹਨਾਂ ਧਰਮਾਂ 'ਚ ਲੋਕਾਂ ਨੇ ਬਾਹਰ ਨਹੀਂ ਆਉਣਾ, ਧਰਮਾਂ ਦੀ ਆਸਥਾ ਨੂੰ ਸਮਝਣਾ ਨਹੀਂ ਹੈ ਵੀ ਧਰਮ ਬਣਿਆ ਕਾਹਦੇ ਵਾਸਤੇ। ਧਰਮ ਲੋਕਾਈ ਦੇ ਭਲੇ ਲਈ ਬਣਿਆ, ਨਾ ਕਿ ਲੋਕਾਂ ਦੇ ਮਾੜੇ ਪੱਖ ਲਈ ਬਣਿਆ। ਸਾਡੇ ਸਿਆਸੀ ਲੋਕ ਜਿਹੜੇ ਹੈਗੇ ਨੂੰ ਸਾਡੇ ਵਰਗਲਾ ਕੇ ਸਾਡੇ ਤੋਂ ਲਾਹਾ ਲੈਂਦੇ ਆਪਣੇ ਸਿਆਸੀ ਜੀਵਨ ਦਾ। ਤੋ ਇਹ ਜਿਹੜਾ ਵਿਕਾਸ ਤੇ ਬਦਲਾਅ ਹਲੇ ਦੂਰ ਹੈ। ਉਮੀਦ ਤਾਂ ਅਸੀਂ ਵੀ ਕਰਦੇ ਹਾਂ, ਤੁਸੀਂ ਵੀ ਕਰਦੇ ਹਾਂ, ਆਮ ਬੰਦਾ ਉਮੀਦ ਕਰਦਾ। ਅਜੇ ਵਿਕਾਸ ਬਹੁਤ ਦੂਰ ਆ, ਦਿੱਲੀ ਦੂਰ ਆ ਜੇ, ਪਰ ਫਿਰ ਵੀ ਆਪਾਂ ਨੂੰ ਆਸ ਤਾਂ ਰੱਖਣੀ ਚਾਹੀਦੀ। ਉਮੀਦ ਤੇ ਅਰਦਾਸ ਵੀ ਜਿਹੜੀ ਕੀਤੀ ਜਾ ਆਸ ਦੇ ਨਾਲ ਹੀ ਜਹਾਨ ਜੀਂਦਾ, ਤੇ ਆਪਾਂ ਨੂੰ ਵੀ ਮੈਂ ਸਮਝਦਾ ਵੀ ਇਹ ਰੱਖਣੀ ਚਾਹੀਦੀ ਹੈ ਸਾਨੂੰ ਗੱਲ। ਬਿਲਕੁਲ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਸਾਡੇ ਲਈ ਕੱਢਿਆ ਤੇ ਤੁਹਾਡੀ ਸਾਰੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਤੇ ਸਾਨੂੰ ਬਲਵੀਰ ਸਿੰਘ ਸੈਣੀ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਜਿਨ੍ਹਾਂ ਨੇ ਆਪਣੇ ਤਜਰਬੇ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਬਦਲਾਅ ਤੇ ਵਿਕਾਸ ਦੀ ਜਿਹੜੀ ਆ ਉਮੀਦ ਆਮ ਤੇ ਖਾਸ ਲੋਕਾਂ ਦੇ ਨਾਲ ਨਾਲ ਬਲਵੀਰ ਸਿੰਘ ਸੈਣੀ ਵੀ ਕਰਦੇ ਨੇ, ਪਰ ਹਾਲੇ ਵਿਕਾਸ ਤੇ ਬਦਲਾਅ ਜਿਹੜਾ ਉਹ ਦੂਰ ਹੈ। ਉਮੀਦ ਜ਼ਰੂਰ ਕੀਤੀ ਜਾ ਸਕਦੀ ਕਿ ਵਿਕਾਸ ਤੇ ਬਦਲਾਅ ਹੋਵੇ, ਪਰ ਹਾਲੇ ਜਿਹੜਾ ਆ ਉਹ ਉਮੀਦ ਨੂੰ ਜਿਹੜਾ ਉਮੀਦ ਦਾ ਬੂਟਾ ਹੈ ਉਸ ਨੂੰ ਬੂਰ ਪੈਂਦਾ ਹਾਲੇ ਨਜ਼ਰ ਹੀ ਨਹੀਂ ਆ ਰਿਹਾ। ਤੇ ਮੱਧ ਵਰਗ ਤੇ ਗਰੀਬ ਵਰਗ ਦੇ ਲਈ ਸਰਕਾਰਾਂ ਜਿਹੜੇ ਵੀ ਫੈਸਲੇ ਤੇ ਨੀਤੀਆਂ ਲੈ ਕੇ ਆ ਰਹੀਆਂ ਨੇ, ਸਿੱਧੇ ਜਿਹੜੇ ਬੈਨੀਫਿਟਸ ਨੇ ਹਾਲੇ ਤੱਕ ਮੱਧ ਵਰਗ ਨੂੰ ਤੇ ਗਰੀਬ ਨੂੰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ, ਫਾਇਦੇ ਜਿਹੜੇ ਉਹਨਾਂ ਤੱਕ ਪਹੁੰਚਦੇ ਨਜ਼ਰ ਨਹੀਂ ਆ ਰਹੇ। ਸਾਡੀ ਕੋਸ਼ਿਸ਼ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਕਮੈਂਟਾਂ ਦੇ ਵਿੱਚ ਹਮੇਸ਼ਾ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਕਿ ਆਪਣਾ ਪੱਖ ਜ਼ਰੂਰ ਰੱਖਿਆ ਕਰੋ। ਬੋਲਦਿਆਂ ਬਹੁਤ ਸਾਰੀਆਂ ਗਲਤੀਆਂ ਇਨਸਾਨ ਦੇ ਕੋਲੋਂ ਹੋ ਜਾਂਦੀਆਂ ਨੇ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ, ਪਰ ਸ਼ਬਦਾਂ ਦੀ ਮਰਿਆਦਾ ਕਮੈਂਟ ਕਰਦੇ ਵੇਲੇ ਜ਼ਰੂਰ ਰੱਖਿਆ ਕਰੋ, ਤਾਂ ਕਿ ਤੁਹਾਡਾ ਕਮੈਂਟ ਪੜ੍ਹ ਕੇ ਤੁਹਾਨੂੰ ਜਾਂ ਤੁਹਾਡੇ ਕਿਸੇ ਆਪਣੇ ਨੂੰ ਸ਼ਰਮਿੰਦਗੀ ਦਾ ਅਹਿਸਾਸ ਨਾ ਹੋਵੇ। ਕਿਉਂਕਿ ਸੋਸ਼ਲ ਮੀਡੀਆ ਸਾਂਝਾ ਹੈ ਤੇ ਸਾਡੇ ਪਰਿਵਾਰਕ ਮੈਂਬਰ ਵੀ, ਸਾਡੀਆਂ ਧੀਆਂ ਭੈਣਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਐਕਟਿਵ ਰਹਿੰਦੇ ਨੇ। ਸੋ ਸ਼ਰਮਿੰਦਗੀ ਦਾ ਅਹਿਸਾਸ ਨਾ ਹੋਵੇ, ਇਸ ਲਈ ਖਿਆਲ ਰੱਖੋ। ਫਿਲਹਾਲ ਦੇ ਲਈ ਕੈਮਰਾ ਸਹਿਯੋਗੀ ਚੇਤਨ ਸਿੰਘ ਸਲੇਮਪੁਰ ਦੇ ਨਾਲ ਦਿਓ ਇਜਾਜ਼ਤ। ਜਲਦੀ ਮਿਲਦੇ ਹਾਂ ਨਵੀਂ ਪੇਸ਼ਕਸ਼ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਰੱਬ ਰੱਖਾ। ਸ਼ੁਕਰੀਆ, ਸਤਿ ਸ਼੍ਰੀ ਅਕਾਲ।